ਸਤਨਾਮ ਵਾਹਿਗੁਰੂ ਸਾਹਿਬ ਜੀ। हे प्राणनाथ गोविंद है, कृपा निधान जगद गुरो। हे संसार ताप हरण है, करुणा में सब दुख हरो। हे शरण जोग दयाल है, दीनानाथ मया करो। शरीर स्वस्थ क्षीण समय, सिमरंत नानक राम दामोदर माधव है। कृपा करो दीन के दाते, मेरा गुण अवगण ना विचारो कोई। माटी का क्या तो पै स्वामी, मानस की गत ही। गुर चरण लाग हम बिनवता, पोषत कह जियो पाया। कवन काज जग उपजै बिनसै, कहो मोहे समझाया। देव करो दया मोहे मार्ग लावो। जित पै बंधन टूटै, जन्म मरण दुख फेड़ करम सुख। जियो जन्म ते छूटै, बेसुमार अथाह अगनत तोलै। जो बुलावो त्यो नानक दास बोले। सतनाम वाहिगुरु साहिब जी। फरीदा हौ बलिहारी तिन पंखियाँ, जंगल जिन्ना वास। कक्कर चुगन थल वसन, रब ना छोड़न पास। फरीदा रुत फिरी वण कंबिया, पत चढ़े चढ़ पाहे। चारे कुंडा ढूंढियाँ, रहन किथाऊ नाहे। फरीदा पाड़ पटोला तहज करी, कंबलड़ी पहरे। जिन्नी वेसी सहो मिलै, सेई वेश करेओ महला तीजा। काए पटोला पाड़ती, कंबलड़ी पहरे। नानक घर ही बैठया सहो मिलै, जे नीयत रास करे महला पंजवा।
ਫਰੀਦਾ ਗਰਭ ਜਿਨਾ ਵਡਿਆਈਆ, ਧਨ ਜੋਬਨ ਆਗਾਹ। ਖਾਲੀ ਚੱਲੇ ਧਣੀ ਸਿਓ, ਟਿੱਬੇ ਜੋ ਮੀਹਾਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ। ਕਿਰਪਾ ਨਿਧ ਦਇਆ ਨਿਧ ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਮਤ ਹੈ, ਅਥਾਹ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ ਨਦਰ ਕਰਕੇ ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤ ਸੰਗਤ ਰੂਪ ਵਿੱਚ ਜੁੜਨ ਦਾ ਅਮੋਲਕ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਆਪਣੇ ਮਨੁੱਖਾ ਜੀਵਨ ਦੇ ਦੁਰਲੱਭ ਅਵਸਰ ਨੂੰ ਗੁਰੂ ਕੇ ਸ਼ਬਦ ਦੀ ਸਾਧਨਾ ਦੇ ਨਾਲ ਸਫਲ ਕਰਨ ਦਾ ਸ਼੍ਰੇਸ਼ਟ ਯਤਨ ਕਰਦੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੁਆਰਾ ਗਿਆਨ ਰੂਪ ਲਾਹਾ ਪ੍ਰਾਪਤ ਕਰਕੇ ਆਪਣੇ ਜੀਵਨ ਦੀ ਸਗਲ ਸਾਧਨਾ ਨੂੰ ਗੁਰੂ ਬਖਸ਼ਿਸ਼ ਵਾਲੇ ਬਣਾਉਣ ਦਾ ਯਤਨ ਕਰਦੇ ਹੋ। ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਭਗਤ ਸਿਰਮੌਰ ਬਾਬਾ ਸ਼ੇਖ ਫਰੀਦ ਸਾਹਿਬ ਜੀ ਗੰਜੇ ਸ਼ਕਰ, ਜਿਨ੍ਹਾਂ ਦੇ ਪਾਵਨ ਸਲੋਕਾਂ ਦੀ ਲੜੀਵਾਰ ਵਿਚਾਰ ਸ਼ਰਵਣ ਕਰ ਰਹੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਰੀਦਾ ਹਉ ਬਲਿਹਾਰੀ ਤਿੰਨ ਪੰਖੀਆਂ, ਜੰਗਲ ਜਿੰਨਾ ਵਾਸ। ਬਾਬਾ ਸ਼ੇਖ ਫਰੀਦ ਸਾਹਿਬ ਜੀ ਲੜੀਵਾਰ ਸਲੋਕਾਂ ਦੇ ਅੰਤਰਗਤ ਅੱਜ ਦੇ ਇਸ ਪਾਵਨ ਸਲੋਕ ਦੁਆਰਾ ਬਖਸ਼ਿਸ਼ ਕਰਦੇ ਹਨ। ਫਰੀਦਾ ਹਉ ਬਲਿਹਾਰੀ ਤਿੰਨ ਪੰਖੀਆਂ, ਜੰਗਲ ਜਿੰਨਾ ਵਾਸ। ਕਿ ਭਾਵ ਬਾਬਾ ਫਰੀਦ ਸਾਹਿਬ ਜੀ ਫਰਮਾਉਂਦੇ ਹਨ ਕਿ ਉਹਨਾਂ ਪੰਛੀਆਂ ਤੋਂ ਜਿਹੜੇ ਜੰਗਲ ਦੇ ਵਿੱਚ ਵਾਸ ਰੱਖਦੇ ਹਨ, ਉਹਨਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ, ਜਾਂ ਜੋ ਵੀ ਉਹਨਾਂ ਦਾ ਜੀਵਨ ਹੈ ਉਸ ਜੀਵਨ ਤੋਂ ਅਸੀਂ ਕੁਰਬਾਨ ਹੁੰਦੇ ਹਾਂ। ਕਿਉਂਕਿ ਇਸ ਨੂੰ ਜ਼ਿਕਰ ਹੈ ਕੱਕਰ ਚੁਗਨ, ਭਾਵ ਕਿ ਉਹ ਕੰਕਰ ਆਦਿਕ ਵੀ ਚੁਗ ਲੈਂਦੇ ਹਨ, ਸਣੇ ਜ਼ਮੀਨ ਹੀ ਵਿਸ਼ਰਾਮ ਕਰਦੇ ਹਨ, ਪਰ ਫਿਰ ਵੀ ਰੱਬ ਨਾ ਛੋਡਣ ਪਾਸ। ਕਦੇ ਮਾਲਕ ਦੀ ਤਰਫੋਂ ਆਪਣਾ ਖਿਆਲ ਨਹੀਂ ਹਟਾਉਂਦੇ ਹਨ। ਭਾਵ ਕਿ ਜਿਵੇਂ ਦੀ ਪੰਛੀ ਵਿੱਚ ਚੇਤਨਾ ਹੈ, ਜਿੰਨਾ ਕੁ ਜੀਵਨ ਮਾਲਕ ਨੇ ਉਸ ਪੰਛੀ ਦੀ ਸਮਝ ਵਿੱਚ ਪਾਇਆ ਹੋਇਆ ਹੈ, ਪੰਛੀ ਉਸ ਢੰਗ ਦੇ ਨਾਲ ਚੱਲੀ ਜਾਂਦੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਹਉ ਬਲਿਹਾਰੀ ਤਿੰਨ ਪੰਖੀਆਂ। ਇਸ ਸ਼ਲੋਕ ਨੂੰ ਸ਼ਬਦ ਵਿਚਾਰ ਦੇ ਨੁਕਤੇ ਤੋਂ ਸਮਝਣ ਦਾ ਯਤਨ ਕਰੀਏ। ਬਾਬਾ ਫਰੀਦ ਸਾਹਿਬ ਜੀ ਨੇ ਜਦੋਂ ਕੋਈ ਬੰਦਾ ਭਗਤੀ ਦੀ ਅਵਸਥਾ ਦੇ ਵਿੱਚ ਪੂਰੀ ਤਰ੍ਹਾਂ ਲੀਨ ਹੋ ਕੇ ਆਤਮਿਕ ਉੱਚਤਾ ਵਾਲਾ ਹੋ ਜਾਂਦਾ ਅਤੇ ਉਹਨੂੰ ਸਾਰੀ ਸ੍ਰਿਸ਼ਟੀ ਜਿਹੜੀ ਹੈ ਆਪਣਾ ਹੀ ਰੂਪ ਲੱਗਦੀ ਹੈ। ਜਿਸ ਅਵਸਥਾ ਦਾ ਅਨੁਭਵ ਉਹ ਖੁਦ ਕਰ ਰਿਹਾ ਹੁੰਦਾ ਹੈ, ਉਹਨੂੰ ਸਾਰੀ ਸ੍ਰਿਸ਼ਟੀ ਉਵੇਂ ਲੱਗਦੀ ਹੈ। ਜਿਵੇਂ ਬਾਣੀ 'ਚ ਵਾਕ ਨੇ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਰਸ ਬਣਿਆ, ਜਿਨ੍ਹਾਂ ਦੇ ਹਿਰਦੇ ਵਿੱਚ ਸ਼ਾਂਤ ਸਹਿਜ ਰੂਪ ਪ੍ਰਵਿਰਤੀ ਬਣੀ, ਜਿਨ੍ਹਾਂ ਦੇ ਜੀਵਨ ਵਿੱਚ ਦਵੈਤ ਖਤਮ ਹੋ ਕੇ ਜਿਹੜਾ ਇੱਕ ਠਹਿਰਾਓ ਬਣਿਆ, ਅਤੇ ਜਿਹੜੇ ਸਿਫਤ ਸਲਾਹ ਦੇ ਨਾਲ ਰੋਮ ਰੋਮ ਰੱਜ ਗਏ, ਉਹ ਐਸੇ ਰਸਕ ਪੁਰਸ਼ਾਂ ਦੀ ਅਵਸਥਾ ਦਾ ਬਾਣੀ 'ਚ ਜ਼ਿਕਰ ਆਉਂਦਾ ਹੈ। ਮੌਲੀ ਧਰਤੀ ਮੌਲਿਆ ਆਕਾਸ਼, ਕਿ ਉਹਨਾਂ ਨੂੰ ਸਾਰੀ ਕਾਇਨਾਤ ਵੀ ਮਾਲਕ ਦੀ ਸਿਫਤ ਕਰਦੀ ਪ੍ਰਤੀਤ ਹੁੰਦੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਦਰਵੇਸ਼ੀ ਜੀਵਨ ਜਿਉਣ ਵਾਲੇ ਹਨ। ਦਰਵੇਸ਼ੀ ਜੀਵਨ ਜਿਉਂਦੇ ਹਨ, ਭਾਵ ਕਿ ਨਾ ਪਦਾਰਥਾਂ ਦਾ ਮੋਹ ਹੈ, ਨਾ ਸੰਸਾਰ ਦੀ ਕਿਸੇ ਤਰ੍ਹਾਂ ਦੀ ਉਹਨਾਂ ਦੇ ਜੀਵਨ 'ਚ ਦੌੜ ਹੈ।
ਗਿਆਨ ਦੇ ਪ੍ਰਕਾਸ਼ ਨਾਲ ਉਹਨਾਂ ਨੇ ਆਪਣੇ ਹਰੇਕ ਕਰਮ ਨੂੰ ਸਾਧਿਆ ਹੈ ਅਤੇ ਰੱਬੀ ਸਿਫਤ ਸਲਾਹ ਦੇ ਨਾਲ ਆਪਣਾ ਰੋਮ ਰੋਮ ਵਿੰਨਿਆ ਹੈ। ਐਸੇ ਪੁਰਖ ਜਦੋਂ ਕਿਸੇ ਵੀ ਵਰਤਾਰੇ ਨੂੰ ਦੇਖਦੇ ਹਨ ਤਾਂ ਉਹਦੇ ਵਿੱਚ ਆਪਣੀ ਬੰਦਗੀ ਦੇ, ਗਿਆਨ ਦੇ ਜਾਂ ਅਧਿਆਤਮਿਕ ਸਮਝ ਦੇ ਅਰਥਾਂ ਨੂੰ ਪਾ ਦਿੰਦੇ ਹਨ। ਤਾਂ ਕਰਕੇ ਬਾਬਾ ਫਰੀਦ ਸਾਹਿਬ ਜੀ ਨੇ ਜ਼ਿਕਰ ਕੀਤਾ, ਹਉ ਬਲਿਹਾਰੀ ਤਿੰਨ ਪੰਖੀਆਂ, ਕਿ ਇੱਕ ਪੰਖੀ ਦਾ ਜੀਵਨ ਦੇਖੋ, ਉਹਦਾ ਜਿਹੜਾ ਨਿਵਾਸ ਹੈ ਉਹ ਵੀ ਨਿਸ਼ਚਿਤ ਨਹੀਂ। ਪਹਿਲੀ ਗੱਲ, ਉਹਦਾ ਨਿਵਾਸ ਹੈ ਜੰਗਲ ਦੇ ਵਿੱਚ, ਜਾਂ ਜੰਗਲ ਦੇ ਵਿੱਚ ਨਹੀਂ ਤਾਂ ਰੁੱਖ ਦੇ ਉੱਪਰ। ਪਹਿਲੀ ਗੱਲ, ਉਹਦਾ ਨਿਵਾਸ ਨਿਸ਼ਚਿਤ ਨਹੀਂ। ਦੂਜਾ, ਉਹ ਜਿਹੜਾ ਉਹਦੇ ਜੀਵਨ ਦੀ ਨਿਰਵਾਹ ਕਰਨ ਵਾਲਾ ਅਰਥ ਹੈ, ਭਾਵ ਕਿ ਖੁਰਾਕ, ਉਹ ਵੀ ਕੋਈ ਨਿਸ਼ਚਿਤ ਨਹੀਂ। ਤੀਜਾ, ਉਹਦਾ ਜੀਵਨ ਦੇ ਉੱਪਰ ਜਿਹੜੇ ਕੋਈ ਸੰਕਟ ਵਿਪਦਾਵਾਂ ਬਣਨੀਆਂ ਨੇ ਉਹ ਸਿੱਧੀਆਂ ਉਹਦੇ ਨਾਲ ਜੁੜੀਆਂ ਹੋਈਆਂ ਨੇ। ਇੰਨਾ ਕੁਝ ਹੁੰਦਿਆਂ ਹੋਇਆਂ ਵੀ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਰੱਬ ਨਾ ਛੋਡਣ ਪਾਸ। ਪੰਖੀ ਨੂੰ ਰਾਤ ਕਿਤੇ ਆਲਣੇ ਵਿੱਚ ਵਿਸ਼ਰਾਮ ਕਰਨ ਨਹੀਂ ਮਿਲਿਆ, ਕਿਸੇ ਰੁੱਖ ਦੀ ਠਾਹਰ ਨਹੀਂ ਨਸੀਬ ਹੋਈ, ਚੰਗੀ ਤਰ੍ਹਾਂ ਉਹਨੂੰ ਚੋਗਾ ਵੀ ਨਹੀਂ ਮਿਲਿਆ ਦਿਨ ਭਰ ਦੀ ਤਲਾਸ਼ ਤੋਂ ਬਾਅਦ। ਰਾਤ ਸਮੇਂ ਕੋਈ ਕੁਦਰਤੀ ਵਿਪਦਾ ਵੀ ਆ ਗਈ। ਇੰਨਾ ਕੁਝ ਹੋਣ ਦੇ ਬਾਵਜੂਦ ਹੀ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਪੰਛੀ ਆਪਣਾ ਸਵੇਰ ਦਾ ਗੀਤ ਨਹੀਂ ਛੱਡਦਾ। ਰਾਤ ਹਨੇਰੀ ਚੱਲੀ ਹੈ, ਕੋਈ ਮਸਲਾ ਨਹੀਂ, ਚਿੜੀਆਂ ਨੇ ਸਵੇਰੇ ਫਿਰ ਚਹਿਚਹਾਉਣਾ ਹੈ। ਜਿਤਨੇ ਵੀ ਪੰਛੀ ਜਿਵੇਂ ਜਿਵੇਂ ਦੀਆਂ ਉਹਨਾਂ ਦੀਆਂ ਆਵਾਜ਼ਾਂ ਕੁਦਰਤ ਦੇ ਵਿੱਚ, ਚੌਗਿਰਦੇ ਵਿੱਚ ਆਪਣਾ ਸੰਗੀਤਕ ਰਸ ਘੋਲਦੀਆਂ ਨੇ, ਉਹਨਾਂ ਨੇ ਉਵੇਂ ਹੀ ਘੋਲਣਾ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਰੱਬ ਨਾ ਛੋਡਣ ਪਾਸ। ਇਸ ਕਰਕੇ ਬਾਣੀ 'ਚ ਨਾ ਇਹ ਵਾਕ ਕਿਉਂ ਆਖਿਆ? ਬਾਣੀ 'ਚ ਇੱਕ ਵਾਕ ਆਉਂਦੇ ਹਨ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਕਿ ਸਾਨੂੰ ਲੱਗਦਾ ਪੰਛੀ ਇੰਝ ਹੀ ਚਹਿਚਹਾ ਰਹੇ ਹਨ, ਬਸ ਇੱਕ ਕੁਦਰਤੀ ਆਵਾਜ਼ਾਂ ਨੇ, ਪਰ ਗੁਰਬਾਣੀ 'ਚ ਵਾਕ ਹਨ ਕਿ ਇਹ ਜੋ ਇਹਨਾਂ ਦੀ ਭਾਸ਼ਾ ਹੈ, ਜੋ ਇਹਨਾਂ ਦਾ ਭਾਵ ਹੈ, ਇਹ ਉਹਦੇ ਦੁਆਰਾ ਪਰਮੇਸ਼ਰ ਦਾ ਗੀਤ ਗਾ ਰਹੇ ਹਨ। ਜਿਨ੍ਹਾਂ ਨੂੰ ਸੰਗੀਤ ਦੀ ਗਹਿਰੀ ਸਮਝ ਹੈ ਨਾ, ਉਹ ਜੀਵਨ ਦੇ ਵਿੱਚ ਅੰਮ੍ਰਿਤ ਵੇਲੇ ਦਾ ਅਨੁਭਵ ਪ੍ਰਕਿਰਤੀ ਵਿੱਚ ਬੜਾ ਕਮਾਲ ਦਾ ਕਰਦੇ ਨੇ। ਉਹ ਦੇਖਦੇ ਨੇ ਕਿ ਜਿਹੜਾ ਅੰਮ੍ਰਿਤ ਵੇਲੇ ਵਿੱਚ ਚਿੜੀ ਦਾ ਸੰਗੀਤ ਹੈ ਅਤੇ ਉਹਦੀ ਜਿਹੜੀ ਬਹੁਤ ਛੋਟੀ ਫਰੀਕੁਐਂਸੀ ਹੈ ਉਹਦੀ ਸਾਊਂਡ ਦੀ, ਉਹ ਕਿੰਨਾ ਬੰਦੇ ਦੇ ਇੰਟਰਨਲ ਜਿਹੜੀ ਪੀਸ ਹੈ ਉਹਦੇ ਵਿੱਚ ਕਿੰਨੀ ਮਦਦਗਾਰ ਹੁੰਦੀ ਹੈ। ਇਸ ਕਰਕੇ ਬਾਣੀ 'ਚ ਇੱਕ ਵਾਕ ਆਇਆ, ਚਿੜੀ ਚੁਹਕੀ ਪਹੁ ਫੁੱਟੀ, ਕਿ ਉਹਦਾ ਜਿਹੜੀ ਉਹਦੇ ਅੰਦਰ ਆਵਾਜ਼ ਹੈ, ਉਹਦੇ ਅੰਦਰ ਜਿਹਦਾ ਚਹਿਚਹਾਉਣਾ ਹੈ, ਉਹਦੇ ਵਿੱਚ ਸੰਗੀਤ ਐਸਾ ਹੈ, ਜਿਵੇਂ ਆਪ ਜੀ ਨੂੰ ਪਤਾ ਹੋਵੇ, ਸ਼ਾਇਦ ਖਿਆਲ ਹੋਵੇ ਕਿ ਜਿਹੜੇ ਕਈ ਮਨੋਰੋਗੀ ਜਿਨ੍ਹਾਂ ਦੇ ਲਈ ਕਈ ਨਵੀਆਂ ਤਕਨੀਕਾਂ ਆ ਗਈਆਂ ਨੇ ਠੀਕ ਕਰਨ ਦੇ ਲਈ, ਉਹਨਾਂ ਨੂੰ ਇੱਕ ਹਿੱਸੇ ਵਿੱਚ ਜਦੋਂ ਉਹ ਟਰੀਟਮੈਂਟ ਕਰਦੇ ਨੇ ਤਾਂ ਉਹ ਦਵਾਈ ਵਾਲੇ ਨੇ ਕੁਝ ਨਵੇਂ ਵਿਧੀਆਂ ਆਈਆਂ ਨੇ, ਉਹਨਾਂ ਦੇ ਵਿੱਚ ਪੰਛੀਆਂ ਦਾ ਸੰਗੀਤ ਸੁਣਾਉਂਦੇ ਹਨ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਹਉ ਬਲਿਹਾਰੀ ਤਿੰਨ ਪੰਖੀਆਂ, ਕਿ ਅਸੀਂ ਉਹਨਾਂ ਪੰਖੀਆਂ ਤੋਂ ਬਲਿਹਾਰ ਜਾਂਦੇ ਹਾਂ ਜਿਨ੍ਹਾਂ ਦਾ ਥਾਂ ਨਿਸ਼ਚਿਤ ਨਹੀਂ, ਜਿਨ੍ਹਾਂ ਦੀ ਖੁਰਾਕ ਇੱਕ ਜਗ੍ਹਾ ਨਿਸ਼ਚਿਤ ਨਹੀਂ, ਜਿਨ੍ਹਾਂ ਦੇ ਰਹਿਣ ਬਸੇਰੇ ਦਾ ਕੋਈ ਪੱਕਾ ਇੰਤਜ਼ਾਮ ਨਹੀਂ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਤਾਂ ਵੀ ਉਹ ਸਵੇਰ ਵੇਲੇ ਜਦੋਂ ਮਾਲਕ ਦਾ ਪਹੁ ਫਟਾਲਾ ਹੁੰਦਾ ਹੈ ਅਤੇ ਉਹ ਮਾਲਕ ਦੇ ਦੁਆਰਾ ਧਰਤੀ ਦੇ ਚੜ੍ਹੇ ਹੋਏ ਦਿਨ ਦੇ ਉਜਾਲੇ ਵਿੱਚ ਉਸ ਤੋਂ ਪਹਿਲਾਂ ਆਪਣੇ ਸੰਗੀਤਕ ਰਸ ਨੂੰ ਘੋਲ ਦਿੰਦੇ ਹਨ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਇਹਨਾਂ ਤੋਂ ਬਲਿਹਾਰ ਜਾਣਾ ਬਣਦਾ ਹੈ। ਬਾਬਾ ਫਰੀਦ ਸਾਹਿਬ ਜੀ ਨੇ ਗੱਲ ਪੰਖੀਆਂ ਦੀ ਕੀਤੀ, ਪਰ ਭਾਵ ਉਹਨਾਂ ਉੱਤਮ ਪੁਰਖਾਂ ਦਾ ਸਮਝਾਇਆ ਹੈ। ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਅਸਲ ਦੇ ਵਿੱਚ ਸੰਤ ਜਨ ਜਿਹੜੇ ਬਿਲਕੁਲ ਪੰਖੀਆਂ ਵਾਂਗ ਦਰਵੇਸ਼ ਹੋ ਗਏ ਹਨ। ਹੁਣ ਪੰਖੀਆਂ ਦੇ ਨਾਲ ਬਿਲਕੁਲ ਤਸ਼ਬੀਹ ਜਾਂ ਤੁਲਨਾ ਬਾਬਾ ਫਰੀਦ ਸਾਹਿਬ ਜੀ ਨੇ ਕਿਉਂ ਕੀਤੀ? ਹੁਣ ਕਾਰਨ ਇਹ ਹੈ ਕਿ ਪੰਖੀ ਦਾ ਸਭ ਤੋਂ ਪਹਿਲਾ ਹੈ, ਦੁਨੀਆ ਦੇ ਵਿੱਚ ਸ਼ਾਇਦ ਹੀ ਕਿਤੇ ਕੋਈ ਐਸਾ ਹੋਇਆ ਹੋਵੇ ਕਿ ਕੋਈ ਇੱਕ ਪੰਖੀ ਨੇ ਕਦੇ ਪੱਕਾ ਦਾਅਵਾ ਜਤਾਇਆ ਹੋਵੇ ਕਿਸੇ ਰੁੱਖ ਦੇ ਉੱਪਰ ਕਿ ਮੇਰਾ ਹੀ ਨਿਵਾਸ ਹੈ, ਜਾਂ ਮੈਂ ਇਹਦਾ ਜੱਦੀ ਹੱਕਦਾਰ ਹਾਂ, ਅਤੇ ਮੇਰਾ ਇਹਦੇ ਨਾਲ ਉਹਦਾ ਖਾਸ ਤਰ੍ਹਾਂ ਦਾ ਇੱਕ ਤਾਂ ਹੱਕ ਨਹੀਂ ਜਤਾਉਂਦਾ, ਦੂਜਾ ਉਹਦਾ ਖਾਸ ਤਰ੍ਹਾਂ ਨਾਲ ਮੋਹ ਵੀ ਨਹੀਂ ਹੁੰਦਾ, ਭਾਵੇਂ ਕਿ ਅੱਜ ਆਲਣਾ ਕਿਤੇ ਹੈ, ਕੱਲ੍ਹ ਕਿਤੇ ਹੋਰ। ਇਸ ਕਰਕੇ ਜਿਹੜੇ ਸੰਤ ਦਰਵੇਸ਼ ਪੁਰਖ ਹੋ ਜਾਂਦੇ ਹਨ, ਉਹ ਦੁਨੀਆ ਵਿੱਚ ਵਿਚਰਦੇ ਹਨ, ਪਰ ਅਲੇਪ ਰਹਿ ਕੇ ਦੁਨੀਆ ਦੇ ਵਿੱਚ ਉਹਨਾਂ ਕੋਲ ਘਰ ਹੈ, ਕੁਟੀਆ ਹੈ, ਕੁਝ ਵੀ ਹੈ, ਉਹਦੇ ਨਾਲ ਉਹਨਾਂ ਦਾ ਪੂਰਾ ਜਿਹੜਾ ਨਾ ਤਾਂ ਉਹਨਾਂ ਕੋਲੋਂ ਉਹਦਾ ਮੇਰੇ ਹੋਣ ਦਾ ਦਾਅਵਾ ਹੈ ਸੰਤ ਪੁਰਖਾਂ ਕੋਲੋਂ, ਅਤੇ ਨਾ ਹੀ ਉਹਦਾ ਮੋਹ ਹੈ, ਅਤੇ ਨਾ ਹੀ ਉਸ ਕੁਟੀਆ ਦੀ ਪਕੜ ਹੈ, ਕੁਝ ਵੀ ਨਹੀਂ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਐਸੇ ਸੰਤ ਪੁਰਖ ਜਿਨ੍ਹਾਂ ਦਾ ਜੀਵਨ ਪੰਖੀਆਂ ਵਰਗਾ ਹੈ। ਪੰਖੀਆਂ ਵਰਗਾ ਭਾਵ ਕਿ ਉਹ ਇੱਕ ਹੋਰ ਵੀ, ਜੇ ਅਲਗ ਜਾਲੀ ਸਾਹਿਬ ਦੀਆਂ ਪੁਸਤਕਾਂ 'ਚ ਇਹ ਗੱਲ ਕਈ ਥਾਵਾਂ ਰਿਵੀਲ ਹੁੰਦੀ ਹੈ
ਕਿ ਇਹ ਪੰਛੀ ਕਿਉਂ ਕਿਹਾ ਗਿਆ। ਹੁਣ ਪੰਛੀ ਜਿਹੜਾ ਹੈ ਉਹ ਛੋਟਾ ਹੈ ਅਤੇ ਪੰਛੀ ਹਮੇਸ਼ਾ ਉਡਾਰੀ ਦੇ ਭਾਵ 'ਚ ਰਹਿੰਦਾ ਹੈ। ਜਿਹੜਾ ਸੰਤ ਪੁਰਖ ਹੈ ਉਹਦੀ ਆਤਮਿਕ ਅਵਸਥਾ ਹਮੇਸ਼ਾ ਆਕਾਸ਼ ਵਿੱਚ ਰਹਿੰਦੀ ਹੈ। ਉਹ ਧਰਤੀ ਦਾ ਜਿਹੜਾ ਕੁਝ ਖਲਜੱਗਣ ਚੱਲ ਰਹੀ ਹੁੰਦੀ ਹੈ ਉਹਨੂੰ ਦੇਖਦਾ ਹੈ, ਉਹਨੂੰ ਹੰਡਾਉਂਦਾ ਵੀ ਹੈ, ਪਰ ਆਪਣੀ ਆਤਮਾ ਦਾ ਸੁਹੱਪਣ ਉਹ ਪੰਛੀ ਵਰਗਾ ਬਣਾ ਕੇ ਰੱਖਦਾ ਹੈ ਕਿ ਜਦੋਂ ਪੰਛੀ ਵਰਗਾ ਬਣ ਜਾਂਦਾ ਹੈ, ਧਰਤੀ ਦੀ ਜੇ ਬੰਦੇ ਨੇ ਗਰਦਿਸ਼ ਕਰਨੀ ਹੋਵੇ, ਹਜ਼ਾਰਾਂ ਤਰ੍ਹਾਂ ਦੀ ਅੜਚਨਾਂ ਨੇ, ਕਿਤੇ ਬਾਰਡਰ ਹੈ, ਕਿਤੇ ਉੱਚਾ ਨੀਵਾਂ, ਕਈ ਕੁਝ ਹੈ। ਆਕਾਸ਼ ਜਿੰਨਾ ਮਰਜ਼ੀ ਖੁੱਲ੍ਹਾ, ਜਿੰਨੀ ਮਰਜ਼ੀ ਬੰਦਾ ਸੈਰ ਕਰੇ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਪੰਛੀ ਕਹਿਣ ਦੇ ਮਗਰ ਦੋ ਨੁਕਤੇ ਹਨ ਸੰਤ ਪੁਰਖਾਂ ਬਾਰੇ, ਕਿ ਸਭ ਤੋਂ ਪਹਿਲਾ ਨੁਕਤਾ ਉਹ ਧਰਤੀ 'ਤੇ ਜਿਸ ਵੀ ਰੂਪ ਵਿੱਚ ਆਏ ਹਨ, ਧਰਤੀ ਦੇ ਜਿਸ ਹਿੱਸੇ ਵਿੱਚ ਵੀ ਰਹਿ ਰਹੇ ਹਨ, ਨਾ ਤਾਂ ਉਹਦੇ ਨਾਲ ਉਹਨਾਂ ਦਾ ਕੋਈ ਦਾਅਵਾ ਹੈ ਅਤੇ ਨਾ ਹੀ ਉਹਦੀ ਕੋਈ ਪਕੜ ਹੈ ਅਤੇ ਨਾ ਹੀ ਉਹਦੇ ਖੁੱਸਣ ਨਾਲ ਉਹ ਵਿਚਲਿਤ ਹੁੰਦੇ ਹਨ। ਜਿਵੇਂ ਹੁਣ ਕੁਦਰਤੀ ਹੈ, ਕਦੇ ਪਿਛਲੇ ਸਮੇਂ 'ਚ ਨਾ ਮਨੁੱਖਤਾ ਦੇ ਸਿਆਣੇ ਹੋਣ ਦੀ ਅਕਲ ਮੈਂ ਦੇਖੀ, ਇੱਥੇ ਹੀ ਦੇਖੀ, ਕਿਤੇ ਹੋਰ ਨਹੀਂ ਦੇਖੀ। ਸਾਰੀ ਜਿਹੜੀ ਬਨਸਪਤੀ ਹੈ ਰੁੱਖਾਂ ਦੇ ਤੌਰ 'ਤੇ ਉਹ ਖਤਮ ਕਰ ਦਿੱਤੀ ਹੈ, ਅਤੇ ਜਿਹਨੂੰ ਕਹਿ ਲਓ ਕਿ ਰੈਡੀਮੇਡ ਜਾਂ ਆਰਟੀਫਿਸ਼ੀਅਲ ਜਾਂ ਕਹਿ ਲਓ ਕਿ ਹੋਰ ਕਈ ਕਿਸਮ ਦੇ ਆਲ੍ਹਣੇ ਬਣਾ ਕੇ ਉਹ ਪਲਾਈ ਬੋਰਡ ਦੇ ਅਤੇ ਘਰਾਂ ਦੇ ਅੱਗੇ ਲਗਾਉਣੇ ਸ਼ੁਰੂ ਕਰ ਦਿੱਤੇ। ਰੁੱਖ ਕੱਟ ਦਿੱਤਾ ਹੈ, ਆਰਟੀਫਿਸ਼ੀਅਲ ਆਲ੍ਹਣਾ ਲਗਾ ਦਿੱਤਾ, ਅਤੇ ਮੈਂ ਦੇਖਿਆ ਕਿਸੇ ਵਿੱਚ ਵੀ ਪੰਛੀ ਨਹੀਂ ਬੈਠਦਾ, ਕਿਸੇ ਵਿੱਚ ਵੀ। ਬੜੇ ਦੇਖੇ ਐਸੇ ਖਾਲੀ ਪਏ ਨੇ, ਉਂਝ ਕੋਈ ਮਾੜੀ ਮੋਟੀ ਧੂੜ ਕਣ ਉਹ 'ਚ ਜੰਮ ਗਏ ਨੇ। ਤਾਂ ਬਾਬਾ ਫਰੀਦ ਸਾਹਿਬ ਜੀ ਇਸ ਕਰਕੇ ਆਖਦੇ ਹਨ ਕਿ ਉਹਨੂੰ ਛੱਡਣ ਦਾ ਵਿੱਚ, ਇਸ ਕਰਕੇ ਸੰਤ ਪੁਰਖ ਧਰਤੀ ਦੇ ਜਦੋਂ ਰਹਿਣ ਦੇ ਲਈ ਆਪਣੀ ਸਪੇਸ ਬਣਾਉਂਦਾ ਹੈ, ਅਤੇ ਉਹ ਪੰਛੀ ਦੇ ਆਲ੍ਹਣੇ ਵਾਂਗ ਉਹੋ ਜਿਹੀ ਬਣਾਉਂਦਾ ਹੈ ਕਿ ਜਿਹਨੂੰ ਕੋਈ ਗੁੱਸੇ ਦੇ ਵਿੱਚ, ਕ੍ਰੋਧ ਵਿੱਚ ਜਾਂ ਵਿਰੋਧ ਵਿੱਚ ਆ ਕੇ ਅੱਗ ਵੀ ਲਗਾ ਦੇਵੇ ਜਾਂ ਉਸ ਨੂੰ ਤੋੜ ਵੀ ਦੇਵੇ, ਅਤੇ ਉਹਦੇ ਤੋੜਨ ਦੇ ਨਾਲ ਜੀਵਨ ਦੇ ਵਿੱਚ ਦੁੱਖ ਨਾ ਪੈਦਾ ਹੋਵੇ। ਇਸ ਕਰਕੇ ਸੰਤ ਪੁਰਖ ਕੁਟੀਆ ਰੱਖਣ ਦਾ ਮਤਲਬ ਇਹ ਨਹੀਂ ਕਿ ਉਹ ਸਾਦਗੀ ਦਾ ਦਿਖਾਵਾ ਕਰਦੇ ਨੇ। ਉਹਦਾ ਮਤਲਬ ਉਹਨਾਂ ਦਾ ਜੀਵਨ ਇੰਨਾ ਜ਼ਿਆਦਾ ਸਾਦਗੀ ਵਿੱਚ ਢਲਿਆ ਹੁੰਦਾ ਹੈ, ਜਿਵੇਂ ਸਾਡੇ ਕਿਸੇ ਘਰ ਦੀ ਚੀਜ਼ ਨੂੰ ਆਂਚ ਆ ਜਾਵੇ ਤਾਂ ਬੰਦਾ ਖੁਦ ਦੇ ਜੀਆਂ ਦੇ ਗਾਲੀ ਪਈ ਜਾਂਦਾ ਕਿ ਤੂੰ ਚੀਜ਼ ਤੋੜ ਕਿਵੇਂ ਦਿੱਤੀ। ਸੰਤ ਪੁਰਖ ਆਪਣੇ ਜੀਵਨ ਨੂੰ, ਉਹਨੂੰ ਪਤਾ ਹੈ ਪਹਿਲਾਂ ਮੇਰਾ ਨਹੀਂ, ਦੂਜਾ ਇੱਥੇ ਕੁਝ ਸਮੇਂ ਦਾ ਨਿਵਾਸ ਹੈ, ਤੀਜਾ ਜੇ ਉਹਦੇ ਨਿਵਾਸ ਲਈ ਕੁਝ ਸਮਾਂ ਬਤੀਤ ਕਰਨਾ ਹੈ ਅਤੇ ਕੋਈ ਐਸਾ ਕੁਝ ਸਿਰਜਣ ਦੀ ਲੋੜ ਨਹੀਂ ਜਿਹੜਾ ਕਈ ਸਦੀਆਂ ਤੱਕ ਚੱਲਣਾ ਹੋਵੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਸੰਤ, ਇਸ ਕਰਕੇ ਪੰਛੀ ਕਹਿਣ ਦਾ ਇੱਕ ਹੋਰ ਵੀ ਭਾਵ ਇਹ ਹੈ ਕਿ ਸੰਤ ਜਦੋਂ ਧਰਤੀ 'ਤੇ ਵਿਚਰਦਾ ਹੈ ਅਤੇ ਧਰਤੀ ਦੇ ਵਿੱਚ ਉਹਨੂੰ ਕਈ ਵਾਰੀ ਨਿੰਦਿਆ ਵੀ ਮਿਲਦੀ ਹੈ, ਉਹਦੇ ਕਰਮ ਦੀ ਨਿੰਦਿਆ ਮਿਲਦੀ ਹੈ। ਇਸ ਕਰਕੇ ਜੋ ਉਹ ਪਰਉਪਕਾਰ ਦੀ ਭਾਵਨਾ ਰੱਖਦਾ, ਕਈ ਵਾਰੀ ਉਹਦਾ ਨਿਸ਼ੇਧ ਵੀ ਹੁੰਦਾ, ਨਹੀਂ ਪ੍ਰਵਾਨ ਕਰਦੇ ਲੋਕ ਕਿ ਅਸੀਂ ਤੇਰਾ ਕੋਈ ਕਰਮ ਪ੍ਰਵਾਨ ਕਰਨਾ ਹੈ, ਉਹਦੀ ਸਪੇਸ ਵੀ ਪ੍ਰਵਾਨ ਨਹੀਂ ਕਰਦੇ। ਤਾਂ ਫਿਰ ਸੰਤ ਦਾ ਪੰਛੀ ਹੋਣ ਦਾ ਮਤਲਬ ਹੈ ਕਿ ਫਿਰ ਉਹ ਆਪਣਾ ਨਿਵਾਸ ਜਿਹੜਾ ਹੈ, ਜੇ ਮਤਲਬ ਰੁੱਖ ਕੱਟ ਦਿੱਤਾ, ਆਲ੍ਹਣਾ ਢਾਹ ਦਿੱਤਾ, ਅਤੇ ਪੰਛੀ ਨੂੰ ਕੋਈ ਫਰਕ ਨਹੀਂ, ਉਹਦੇ ਕੋਲ ਉਡਾਰੀ ਹੈ, ਉਹ ਆਕਾਸ਼ ਦੇ ਵਿੱਚ ਆਪਣਾ ਭ੍ਰਮਣ ਕਰ ਸਕਦਾ। ਜੇ ਧਰਤੀ 'ਤੇ ਕਬਜ਼ਾ ਕਰ ਲਿਆ ਬੰਦੇ ਨੇ ਹਰੇਕ ਹਿੱਸੇ ਦੇ ਵਿੱਚ, ਜਾਂ ਧਰਤੀ ਦੇ ਹਰੇਕ ਹਿੱਸੇ ਨੂੰ ਆਪਣੀ ਪਾਪ ਦੀ ਪ੍ਰੈਕਟਿਸ ਦੇ ਨਾਲ ਅਪਵਿੱਤਰ ਕਰ ਦਿੱਤਾ ਹੈ, ਅਤੇ ਸੰਤ ਕੋਲੋਂ ਇੱਕ ਐਸੀ ਉੱਚੀ ਆਤਮਿਕ ਅਵਸਥਾ ਹੁੰਦੀ ਹੈ ਕਿ ਉਹ ਦੁਨੀਆ ਦੀ ਇਹਨਾਂ ਸਾਰਿਆਂ ਤਰ੍ਹਾਂ ਦੀਆਂ ਵਲਗਣਾਂ ਤੋਂ ਮੁਕਤ ਹੋ ਕੇ ਆਪਣਾ ਇੱਕ ਨਿਰਾਲੇ ਕਿਸਮ ਦਾ ਜੀਵਨ ਜਿਉਂਦਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਹਉ ਬਲਿਹਾਰੀ ਤਿੰਨਾਂ ਪੰਛੀਆਂ, ਕਿ ਸੰਤ ਪੁਰਖਾਂ ਦੇ ਜੀਵਨ ਨੂੰ ਪੰਛੀ ਦੇ ਨਾਲ ਤਸ਼ਬੀਹ ਦਿੱਤੀ ਹੈ। ਉਹਦਾ ਕਾਰਨ ਹੈ ਕਿ ਇੱਕ ਪੰਛੀ ਦੇ ਅੰਦਰ ਇੰਨੇ ਅਰਥ ਸਮਾਏ ਹੋਏ ਹਨ। ਇਸ ਕਰਕੇ ਆਰੰਭ 'ਚ ਜ਼ਿਕਰ ਕੀਤਾ ਸੀ ਕਿ ਜਿਹੜੇ ਗਿਆਨਾਤਮਕ ਪੁਰਖ ਹੁੰਦੇ ਨੇ, ਉਹ ਜੋ ਆਪਣੇ ਜੀਵਨ ਦਾ ਅਨੁਭਵ ਹੈ ਉਹਨੂੰ ਕਿਸੇ ਚੀਜ਼ ਦੇ ਵਿੱਚ ਵੀ ਪਾ ਦਿੰਦੇ ਨੇ। ਜਿਵੇਂ ਬੜੇ ਕਮਾਲ ਦੇ, ਤਾਂ ਬਾਬਾ ਫਰੀਦ ਸਾਹਿਬ ਜੀ ਹੁਣ ਪੰਛੀਆਂ ਬਾਰੇ ਗੱਲ ਕੀਤੀ, ਕਹਿੰਦੇ ਹਉ ਬਲਿਹਾਰੀ ਤਿੰਨ ਪੰਛੀਆਂ, ਕਿ ਜਿਹੜੇ ਪੰਛੀਆਂ ਵਰਗੇ ਸੰਤ ਪੁਰਖ ਹਨ, ਕਹਿੰਦੇ ਜੰਗਲ ਜਿੰਨਾ ਵਾਸ। ਹੁਣ ਮਨੁੱਖ ਜਾਣਨਾ ਚਾਹੇਗਾ ਕਿ ਪੰਛੀ ਤਾਂ ਜੰਗਲ 'ਚ ਰਹਿੰਦਾ, ਪਰ ਸੰਤ ਪੁਰਖ ਕਈ ਵਾਰੀ ਆਬਾਦੀ 'ਚ ਰਹਿੰਦਿਆਂ ਵੇਖੇ ਨੇ। ਜੰਗਲ ਜਿੰਨਾ ਵਾਸ ਦਾ ਭਾਵ ਹੈ ਕਿ ਜਦੋਂ ਸੰਤ ਪੁਰਖ ਸੰਘਣੀ ਆਬਾਦੀ ਵਿੱਚ ਵਿਚਰਦਾ ਹੈ ਤਾਂ ਸੰਤ ਦੇ ਐਕਸਪੀਰੀਅੰਸ 'ਚ ਇਹ ਗੱਲ ਆਉਂਦੀ ਹੈ ਕਿ ਇਹ ਜੰਗਲ ਹੈ। ਕਿਉਂਕਿ ਜੰਗਲ ਦੇ ਅੰਦਰ ਹਰਿਆਲੀ ਹੁੰਦੀ ਹੈ, ਜੰਗਲ ਦੇ ਅੰਦਰ ਪੰਛੀਆਂ ਦਾ ਸੰਗੀਤ ਹੈ, ਜੰਗਲ ਦੀ ਜਿੰਨੀ ਪ੍ਰੋਡਕਸ਼ਨ ਹੈ ਉਹ ਮਨੁੱਖਤਾ ਲਈ ਲਾਹੇਵੰਦ ਹੈ। ਪਰ ਜਿਹੜੀ ਮਨੁੱਖੀ ਆਬਾਦੀ ਵਿੱਚ ਹੈ, ਉਹਦੇ ਵਿੱਚ ਜੋ ਕੁਝ ਵੀ ਨਿਰਮਾਣਿਤ ਹੋ ਰਿਹਾ ਹੈ ਉਹ ਧਰਤੀ ਦੇ ਲਈ ਕਿਸੇ ਹਿੱਸੇ ਵਿੱਚ ਨਹੀਂ ਹੈ। ਭਾਵ ਕਿ ਉਹ ਜਦੋਂ ਸੰਤ ਆਬਾਦੀ ਵਿੱਚ ਰਹਿੰਦਾ ਤਾਂ ਉਹ ਸਾਰੀ ਆਬਾਦੀ ਨੂੰ ਨਿਹਾਰ ਲੈਂਦਾ ਹੈ, ਅਤੇ ਉਹ ਦੇਖਦਾ ਕਿ ਇਹਨਾਂ ਦੇ ਵਿੱਚ ਨਾ ਬੰਦਗੀ ਹੈ, ਨਾ ਇਹਨਾਂ ਦੇ ਜੀਵਨ 'ਚ ਪਰਉਪਕਾਰ ਹੈ, ਨਾ ਇਹਨਾਂ ਦੇ ਜੀਵਨ 'ਚ ਕੋਈ ਉੱਚਾ ਉੱਠਣ ਦੀ ਚਾਹਤ ਹੈ।
ਜਿਵੇਂ ਪੰਛੀ ਦੇ ਪਰ ਵੀ ਕੱਟੇ ਜਾਣ ਤਾਂ ਉਹ ਤਾਂ ਵੀ ਮਾੜਾ ਮੋਟਾ ਯਤਨ ਕਰਦਾ ਰਹਿੰਦਾ ਹੈ। ਬੰਦੇ ਦਾ ਜੀਵਨ 'ਚ ਵਿਕਾਰਾਂ 'ਚ ਗ੍ਰਸਤ ਹੋ ਜਾਏ ਤਾਂ ਉਹ ਹੋਰ ਠਾਂ ਜਾਂਦਾ, ਉਹ ਯਤਨ ਨਹੀਂ ਕਰਦਾ ਕਿ ਕਦੇ ਗੁਰੂ ਸ਼ਬਦ ਨਾਲ ਮਾੜਾ ਮੋਟਾ ਉੱਪਰ ਉੱਠਿਆ ਜਾਵੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਨੇ, ਜੰਗਲ ਜਿੰਨਾ ਵਾਸ, ਜਿਵੇਂ ਪੰਛੀ ਜੰਗਲ ਵਿੱਚ ਰਹਿੰਦੇ ਹਨ ਜਾਂ ਰੁੱਖਾਂ 'ਤੇ ਨਿਵਾਸ ਕਰਦੇ ਹਨ, ਸੰਤ ਪੁਰਖ ਧਰਤੀ 'ਤੇ ਵਿਚਰਦਿਆਂ ਹੋਇਆਂ, ਮਾਨਵਤਾ ਦੇ ਸਭ ਕੁਝ ਨੂੰ ਹੰਡਾਉਂਦਿਆਂ ਹੋਇਆਂ ਉਹ ਆਪਣੇ ਗਿਆਨ ਦੇ ਪਰਸਪੈਕਟਿਵ ਨੂੰ ਇੰਝ ਬਣਾ ਕੇ ਰੱਖਦਾ ਹੈ। ਜੇ ਸੰਤ ਨੂੰ ਸਾਰੇ ਪਾਸਿਓਂ ਨਿੰਦਿਆ ਮਿਲੇ ਤਾਂ ਉਹ ਦੁਖੀ ਨਹੀਂ ਹੁੰਦਾ। ਸਾਰੇ ਪਾਸਿਓਂ ਨਿੰਦਿਆ ਸੁਣ ਕੇ ਉਹਦੇ ਅੰਦਰ ਕੀ ਹੁੰਦਾ ਹੈ ਕਿ ਇਹਨਾਂ ਨੂੰ ਅਜੇ ਸਿਫਤ ਦਾ ਪਤਾ ਹੀ ਨਹੀਂ ਕੀ ਹੁੰਦੀ, ਇਸ ਕਰਕੇ ਇਹ ਨਿੰਦਿਆ ਹੀ ਕਰ ਸਕਦੇ ਨੇ। ਸੰਤ ਇਵੇਂ ਰਹਿੰਦਾ ਹੈ। ਜੇ ਸੰਤ ਉਹਨਾਂ ਦੇ ਵਿੱਚ ਕਰੂਰਤਾ ਦੇਖਦਾ, ਦਰਿੰਦਗੀ ਦੇਖਦਾ, ਹੈਵਾਨੀਅਤ ਦੇਖਦਾ, ਸ਼ੈਤਾਨੀਅਤ ਦੇਖਦਾ ਹੈ, ਅਤੇ ਸੰਤ ਸਮਝਦਾ ਕਿ ਇਹਨਾਂ ਨੇ ਕਦੇ ਆਪਣੇ ਆਪਣੀ ਮੂਲ ਪਵਿੱਤਰਤਾ ਨੂੰ ਜਾਣੇ, ਇਸ ਕਰਕੇ ਇਹਨਾਂ ਨੂੰ ਸ਼ੈਤਾਨੀ ਚੰਗੀ ਲੱਗਦੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਜੰਗਲ ਜਿੰਨਾ ਵਾਸ, ਭਾਵ ਕਿ ਜਿਵੇਂ ਪੰਛੀ ਜੰਗਲ ਵਿੱਚ ਰਹਿੰਦਾ ਹੈ, ਸੰਤ ਦੇ ਅੰਦਰ ਇੱਕ ਐਸੀ ਅਧਿਆਤਮਿਕ ਉੱਚਤਾ ਬਣੀ ਹੁੰਦੀ ਹੈ। ਅਸੀਂ ਉਹਨਾਂ ਕੋਲੋਂ ਜਾ ਕੇ ਮੈਂ ਕਈ ਆਪਣੇ ਜੀਵਨ ਦੇ ਵਿੱਚ ਬੜੇ ਰਸਿਕ ਪੁਰਖ ਦੇਖੇ ਹਨ, ਉਹਨਾਂ ਦੇ ਕੋਲ ਜਾ ਕੇ ਚਰਚਾ ਕਰੋ ਕਿਸੇ ਤਰ੍ਹਾਂ ਦੀ, ਜਿਵੇਂ ਸਾਡੇ ਕੋਲ ਆਮ ਹੀ ਚਰਚਾ ਹੁੰਦੀ ਹੈ, ਸਮਾਜ ਮਾੜਾ ਹੈ ਜੀ, ਰਾਜਨੀਤੀ ਮਾੜੀ ਹੈ, ਕਲਚਰ ਮਾੜਾ ਹੈ, ਸਾਰੇ ਵਿਸ਼ੇ ਸਾਡੇ ਕੋਲ ਹਰ ਤਰ੍ਹਾਂ ਦੀ ਚਰਚਾ ਹੁੰਦੀ ਹੈ ਕਿ ਹਰ ਵਰਤਾਰਾ ਮਾੜਾ ਹੈ। ਸੰਤ ਪੁਰਖਾਂ ਪਾਸ ਕਈ ਵਾਰੀ ਬੈਠੇ ਅਤੇ ਉਹਨਾਂ ਦੀ ਦ੍ਰਿਸ਼ਟੀ ਜਾਂ ਉਹਨਾਂ ਦਾ ਸੁਭਾਅ ਦੇਖ ਕੇ ਹੈਰਾਨ ਹੋਈਦਾ। ਉਹ ਆਖਦੇ ਹਨ ਕਿ ਹਰ ਵਰਤਾਰੇ ਦੇ ਮਾੜਾ ਹੋਣ ਦੀ ਚਰਚਾ ਹੈ, ਪਰ ਕਿਸੇ ਵੀ ਵਰਤਾਰੇ ਨੂੰ ਠੀਕ ਕਰਨ ਦੇ ਲਈ ਜਿੰਨੀ ਐਨਰਜੀ ਚਾਹੀਦੀ ਹੈ ਉਹਦਾ 1% ਵੀ ਹਿੱਸਾ ਮਨੁੱਖ ਨਹੀਂ ਲਾਉਣਾ ਚਾਹੁੰਦਾ। ਮਾੜੇ ਦੀ ਚਰਚਾ ਬਾਖੂਬੀ ਕਰ ਰਿਹਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਨੇ, ਜੰਗਲ ਜਿੰਨਾ ਵਾਸ, ਸੰਤ ਇਸ ਸਾਰੇ ਤੋਂ ਨਿਰਲੇਪ ਰਹਿ ਕੇ ਉਹਦੇ ਵਿੱਚ ਵਾਸ ਕਰਦਾ ਹੈ। ਅੱਗੇ ਆਖਦੇ ਹਨ, ਕੱਕਰ ਚੁਗਨ, ਕੰਕਰ ਵੀ ਇਹਦੇ ਅਰਥ ਕੀਤੇ ਹਨ, ਜਿਵੇਂ ਤਿੱਤਰ ਆਦਿਕ ਜਿਹੜੇ ਜਾਨਵਰ ਹਨ, ਜਾਂ ਕਈ ਵਾਰੀ ਜਾਨਵਰ ਜਿਹੜੇ ਹਨ ਉਹ ਕੀ ਕਰਦੇ ਹਨ, ਜਿਹੜੇ ਕੰਕਰ ਹੁੰਦੇ ਨੇ ਉਹ ਵੀ ਚੁਗ ਲੈਂਦੇ ਨੇ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਸੰਤ ਪੁਰਖ ਜਿਹੜੇ ਹਨ, ਕੰਕਰ ਚੁਗਣ ਦਾ ਭਾਵ ਹੈ ਕਿ ਉਹਨਾਂ ਨੇ ਆਪਣੇ ਆਪ ਨੂੰ ਆਹਾਰੀ ਤੌਰ 'ਤੇ ਇੰਨੇ ਜ਼ਿਆਦਾ ਮਨਫੀ ਕੀਤਾ ਹੁੰਦਾ ਹੈ ਕਿ ਜਿਸ ਵੀ ਹਾਲਤ ਦੇ ਵਿੱਚ ਜਿਹੜੀ ਹੈ ਉਹਨਾਂ ਦੀ ਭੁੱਖ ਦੀ ਪੂਰਤੀ ਹੋ ਸਕੇ, ਉਸੇ ਹਾਲਤ ਦੇ ਵਿੱਚ ਕਰ ਲੈਂਦੇ ਹਨ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਜਿਵੇਂ ਪੰਛੀਆਂ ਦਾ ਨਿਰਬਾਹ ਨਿਸ਼ਚਿਤ ਨਹੀਂ ਹੈ। ਆ ਤਾਂ ਹੁਣ ਕੋਈ ਮਾੜੀ ਮੋਟੀ ਸੂਝ ਡਿਵੈਲਪ ਹੋਣ ਲੱਗ ਪਈ, ਪਰ ਉਹਦੇ ਵਿੱਚ ਵੀ ਕੋਈ ਗਿਆਨ ਥੋੜ੍ਹਾ, ਜਿਵੇਂ ਕਈਆਂ ਨੇ ਬਣਾਏ ਹੋਏ ਆਪਣੇ ਘਰਾਂ ਦੇ ਵਿੱਚ ਉਹ ਪੰਛੀਆਂ ਨੂੰ ਪਾਉਣ ਵਾਲੇ, ਪਤਾ ਨਹੀਂ ਹੈ ਕਿ ਕਿਹੜੇ ਪੰਛੀ ਨੂੰ ਕਿਹੜਾ ਅਨਾਜ ਚਾਹੀਦਾ। ਅਤੇ ਕਈ ਪੰਛੀ ਮੈਂ ਮਰੇ ਹੋਏ ਦੇਖੇ ਨੇ ਕਿ ਗਰਮੀ ਦੀ ਰੁੱਤ ਹੈ, ਕਿਹੜਾ ਅਨਾਜ ਰੱਖਣਾ ਕਿਹੜਾ ਨਹੀਂ, ਬਸ ਜੋ ਘਰ 'ਚ ਵਾਧੂ ਆ ਰੱਖ ਦਿਓ, ਬਾਅਦ 'ਚ ਪੰਛੀ ਭਾਵੇਂ ਮਰ ਜਾਏ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਇਹ ਤਾਂ ਅਸੀਂ ਯਤਨ ਕੀਤਾ, ਪਰ ਉਂਝ ਪੰਛੀ ਦੀ ਖੁਰਾਕ ਨਿਸ਼ਚਿਤ ਨਹੀਂ। ਪੰਛੀ ਨੂੰ ਨਹੀਂ ਪਤਾ ਕਿ ਉਹਦੀ ਖੁਰਾਕ ਕਿੱਥੇ ਪਈ ਹੈ, ਬਸ ਉਹਨੂੰ ਪਤਾ ਹੈ ਸਵੇਰੇ ਆਲਣੇ ਵਿੱਚੋਂ ਜਿਹੜੀ ਪ੍ਰਵਾਜ਼ ਭਰਨੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਜਿਹੜੇ ਸੰਤ ਪੁਰਖ ਹਨ ਉਹਨਾਂ ਨੇ ਜੀਵਨ ਦੇ ਵਿੱਚ ਵਿਚਰਦਿਆਂ ਇਸ ਤਨ ਦੇ ਨਿਰਵਾਹ ਨੂੰ ਚਲਾਉਣ ਦੇ ਲਈ ਕੱਕਰ ਚੁਗਣ, ਭਾਵ ਕਿ ਜੋ ਵੀ ਉਹਨਾਂ ਨੂੰ ਪ੍ਰਾਪਤ ਹੋ ਜਾਵੇ ਉਹੀ ਉਹਨਾਂ ਦੀ ਉੱਤਮ ਖੁਰਾਕ ਹੁੰਦੀ ਹੈ। ਜਿਵੇਂ ਬਾਬਾ ਫਰੀਦ ਸਾਹਿਬ ਜੀ ਦੇ ਜੀਵਨ 'ਚ ਜ਼ਿਕਰ ਮਿਲਦਾ ਹੈ ਕਿ ਬਾਬਾ ਫਰੀਦ ਸਾਹਿਬ ਜੀ ਆਹਾਰ ਬਿਲਕੁਲ ਛੱਡ ਚੁੱਕੇ ਸਨ, ਅਤੇ ਕਦੇ ਕਦੇ ਭੁੱਖ ਬਹੁਤ ਜ਼ੋਰ ਦੀ ਲੱਗਣੀ, ਤਾਂ ਕਹਿੰਦੇ ਉਹਨਾਂ ਨੇ ਇੱਕ ਕਾਠ ਦੀ ਰੋਟੀ ਜਿਹੜੀ ਸੀ, ਮਤਲਬ ਜਿਹੜੀ ਰੋਟੀ ਇੰਨੀ ਜ਼ਿਆਦਾ ਸਖਤ ਹੋ ਚੁੱਕੀ ਸੀ ਕਿ ਉਹ ਇੱਕ ਵਾਰੀ ਚੱਖ ਮਾਰਿਆ ਨਹੀਂ ਸੀ ਟੁੱਟ ਸਕਦੀ, ਉਹ ਆਪਣੇ ਪਾਸ ਰੱਖੀ ਹੋਈ ਸੀ। ਅਤੇ ਜਦੋਂ ਭੁੱਖ ਲੱਗਦੀ ਸੀ ਉਹਨੂੰ ਚੱਖ ਮਾਰਦੇ ਸਨ, ਉਹ ਟੁੱਟਦੀ ਨਹੀਂ ਸੀ, ਅਤੇ ਫਿਰ ਆਪਣੇ ਆਹਾਰ ਵੱਲ ਲੱਗ ਜਾਂਦੇ ਸਨ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਕੱਕਰ ਚੁਗਣ, ਭਾਵ ਕਿ ਉਹਨਾਂ ਦੇ ਜੀਵਨ ਵਿੱਚ ਕਿਸੇ ਤਰ੍ਹਾਂ ਦੀ ਖਾਣ ਦੀ ਤਬੀਅਤ ਜੇ ਬੜੀ ਸਾਦਗੀ ਭਰੀ ਹੋ ਜਾਂਦੀ ਹੈ। ਰੱਬ ਨਾ ਛੋਡਣ ਪਾਸ, ਇੰਨਾ ਜ਼ਿਆਦਾ ਜਿਹਨੂੰ ਕਹਿ ਲਓ ਸੀਮਤ, ਜਾਂ ਕਹਿ ਲਓ ਕਿ ਇੰਨਾ ਜ਼ਿਆਦਾ ਇੱਕ ਸਾਦਾ ਜੀਵਨ ਜਿਉਂਦਿਆਂ ਹੋਇਆਂ ਵੀ ਰੱਬ ਨਾ ਛੋਡਣ ਪਾਸ, ਅਤੇ ਉਹਨਾਂ ਦੇ ਜੀਵਨ ਵਿੱਚੋਂ ਰੱਬੀ ਗੀਤ ਨਹੀਂ ਵਿਸਰਦਾ ਹੈ। ਇਸ ਸੰਬੰਧ ਵਿੱਚ ਇੱਕ ਪ੍ਰਮਾਣ ਰੱਖਦੇ ਆਪਦੇ ਸਨਮੁਖ, ਕਹਿੰਦੇ ਕੋਈ ਪਰਮੇਸ਼ਰ ਦਾ ਪਿਆਰਾ ਬੰਦਗੀ ਦੇ ਵਿੱਚ ਬੈਠ ਗਿਆ, ਉਹ ਰੋਜ਼ਾਨਾ ਇਬਾਦਤ ਦੇ ਵਿੱਚ ਜੁੜਦਾ ਗਿਆ, ਅਤੇ ਹੁਣ ਭੋਜਨ ਪਾਣੀ ਨਹੀਂ ਸੀ ਲੈ ਰਿਹਾ, ਸਰੀਰ ਬੜਾ ਲਿੱਸਾ ਹੋ ਗਿਆ। ਅਤੇ ਜਦੋਂ ਉਹਨੂੰ ਕਿਤੋਂ ਨੇੜਿਓਂ ਕੋਈ ਲੰਘ ਰਿਹਾ ਸੀ, ਕੋਈ ਗੀਤ ਗਾਉਂਦਾ ਲੰਘ ਰਿਹਾ ਸੀ, ਅਤੇ ਉਹਨੂੰ ਉਹ ਗੀਤ ਸੁਣ ਕੇ ਬੜਾ ਚੰਗਾ ਲੱਗਿਆ, ਅਤੇ ਉਹਨੂੰ ਲੱਗਿਆ ਕਿ ਮੇਰੇ ਅੰਦਰ ਜਿਹੜਾ ਹੈ ਵੀ ਗੀਤ ਬੜਾ ਚੰਗੀ ਗੱਲ ਹੈ, ਮੈਂ ਵੀ ਮਾਲਕ ਦਾ ਗੀਤ ਬਣਾ ਕੇ ਗਾਵਾਂ। ਉਹਨੇ 5-7 ਮਿੰਟ ਖਿਆਲ ਲੜਾ ਕੇ ਜੋ ਵੀ ਉਹਦੇ ਅੰਦਰ ਦੀ ਭਾਵਨਾ ਸੀ, ਸਮਝ ਸੀ,
ਉਹਦੇ ਨਾਲ ਪਰਮੇਸ਼ਰ ਦੀ ਸਿਫਤ ਸਲਾਹ ਦਾ ਗੀਤ ਬਣਾਇਆ। ਜਦੋਂ ਗੀਤ ਉਚਾਰਨ ਕਰਨ ਲੱਗਾ ਤਾਂ ਉਹਦੇ ਵਿੱਚੋਂ ਆਵਾਜ਼ ਨਿਕਲੀ ਨਾ, ਅੰਦਰੋਂ ਗਲੇ 'ਚੋਂ। ਇੰਨਾ ਜ਼ਿਆਦਾ ਕਮਜ਼ੋਰ ਹੋ ਚੁੱਕਿਆ ਸੀ, ਆਵਾਜ਼ ਆਈ ਨਾ। ਬੁੱਧੀ ਦੇ ਤੌਰ 'ਤੇ ਗੀਤ ਬਣਾ ਲਿਆ ਕਿ ਮਾਲਕ ਦੀ ਸਿਫਤ ਇੰਝ ਕਰਾਂਗਾ, ਪਰ ਜਦੋਂ ਗਾਉਣ ਲੱਗਾ ਆਵਾਜ਼ ਹੈ ਹੀ ਨਾ ਅੰਦਰ। ਬੜਾ ਪਰੇਸ਼ਾਨ ਹੋਇਆ, ਕਹਿਣ ਲੱਗਾ ਮੈਂ ਤਾਂ ਇੱਕ ਗੀਤ ਵੀ ਨਹੀਂ ਗਾ ਸਕਦਾ, ਇਹਦੇ ਨਾਲ ਤਾਂ ਇੱਕ ਦੂਜਾ ਬੰਦਾ ਚੰਗਾ ਜਿਹੜਾ ਗੀਤ ਗਾ ਲੈਂਦਾ। ਫਿਰ ਉਹਨੇ ਸੋਚਿਆ ਕਿ ਜਿਹੜਾ ਸ਼ਬਦ ਅੰਦਰ ਬਣਿਆ ਉਹ ਨਹੀਂ ਵੀ ਸੀ ਆਵਾਜ਼ ਨਿਕਲਦੀ, ਉਹਨੇ ਤਾਂ ਵੀ ਆਪਣੇ ਵੱਲੋਂ ਗਾਉਣ ਦਾ ਯਤਨ ਕੀਤਾ। ਕਹਿੰਦੇ ਪਰਮੇਸ਼ਰ ਦੀ ਸਾਖਿਆ ਪ੍ਰਗਟ ਹੋਈ, ਉਹਦੇ ਸਾਹਮਣੇ ਆਵਾਜ਼ ਆਈ ਕਿ ਤੇਰਾ ਗੀਤ ਬੜਾ ਸੁੰਦਰ ਹੈ। ਪਰ ਕਹਿੰਦੇ ਉਹਨੇ ਕਿਹਾ ਵੀ ਮੈਂ ਤਾਂ ਗਾਇਆ ਨਹੀਂ, ਮੇਰੀ ਤਾਂ ਆਵਾਜ਼ ਨਹੀਂ ਨਿਕਲੀ। ਤਾਂ ਕਹਿੰਦੇ ਪਰਮੇਸ਼ਰੀ ਰੂਪ ਦੀ ਸਾਖਿਆ ਹੋਈ ਕਿ ਜੋ ਤੇਰੇ ਅੰਦਰ ਪਰਾ ਬਾਣੀ ਕਰਕੇ ਬਣ ਗਿਆ ਸੀ ਉਹ ਸਾਨੂੰ ਸਾਰਾ ਹੀ ਸੁਣਾਈ ਦਿੱਤਾ ਹੈ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਰੱਬ ਨਾ ਛੋਡਣ ਪਾਸ, ਕਿ ਜੇ ਜੀਵਨ ਇੰਨਾ ਜ਼ਿਆਦਾ ਸਾਦਗੀ ਵਿੱਚ ਪਾ ਕੇ ਜਿਉਂਦੇ ਹਨ, ਜੇ ਨਹੀਂ ਵੀ, ਪਹਿਲੀ ਗੱਲ ਤਾਂ ਯਤਨ ਨਹੀਂ ਕਰਦੇ, ਜੇ ਯਤਨ ਕਰਨ ਦੇ ਬਾਵਜੂਦ ਪ੍ਰਾਪਤ ਹੋ ਜਾਵੇ ਤਾਂ ਉਹਦਾ ਕਿਸੇ ਤਰ੍ਹਾਂ ਦਾ ਗੁਮਾਨ ਨਹੀਂ ਕਰਦੇ, ਪਕੜ ਨਹੀਂ ਰੱਖਦੇ। ਉਹਨਾਂ ਦਾ ਮੁੱਖ ਮਨੋਰਥ ਹੁੰਦਾ ਹੈ ਪਰਮੇਸ਼ਰ ਦੀ ਬੰਦਗੀ ਦੀ ਤਰਫ ਜੁੜ ਕੇ ਆਪਣੇ ਜੀਵਨ ਨੂੰ ਠੀਕ ਮਾਰਗ 'ਤੇ ਧਾਰਨ ਕਰੀ ਰੱਖਣਾ। ਹੁਣ ਦੂਸਰੀ ਤਰਫ ਜ਼ਿਕਰ ਕੀਤਾ ਸੀ ਪੰਛੀਆਂ ਦਾ। ਇੱਕ ਪੰਛੀ ਨੂੰ ਕੁਝ ਵੀ ਜੀਵਨ ਦਾ ਚੰਗਾ ਪ੍ਰਾਪਤ ਨਹੀਂ ਹੈ, ਸਭ ਕੁਝ ਅਨਿਸ਼ਚਿਤ ਹੈ, ਪਰ ਫਿਰ ਵੀ ਉਹਦੇ ਪਾਸ ਗੀਤ ਹੈ। ਬੰਦੇ ਦੇ ਕੋਲੋਂ ਖਾਣ ਪੀਣ ਪਹਿਨਣ ਸੌਣ ਪਦਾਰਥ ਇੰਨੇ ਹਨ, ਇੰਨੀਆਂ ਸਹੂਲਤਾਂ ਹਨ, ਤਾਂ ਵੀ ਬੰਦੇ ਦੀ ਅੰਮ੍ਰਿਤ ਵੇਲੇ ਦੇ ਵਿੱਚ ਗੀਤ ਨਹੀਂ ਪੈਦਾ ਹੁੰਦਾ। ਉਹਦੀ ਜ਼ੁਬਾਨ ਤੋਂ ਰੋਸੇ ਪੈਦਾ ਹੁੰਦੇ ਨੇ। ਕਈ ਦਫਾ ਮੈਂ ਕੱਲ੍ਹ ਪਰਸੋਂ ਕਿਸੇ ਦੀ ਬਾਤ ਸੁਣ ਕੇ ਹੈਰਾਨ ਹੋਇਆ ਕਿ ਪ੍ਰਕਿਰਤੀ ਦਾ ਨਿਯਮ ਚੱਲਣਾ, ਉਹਦੇ ਵਿੱਚ ਕੁਝ ਵੀ ਵਾਪਰ ਸਕਦਾ ਹੈ, ਕੁਝ ਵੀ ਵਾਪਰ ਸਕਦਾ ਹੈ। ਤਾਂ ਕਿਸੇ ਨੇ ਜ਼ਿਕਰ ਕੀਤਾ ਕਿ ਰਾਤ ਦੀ ਹਨੇਰੀ ਚੱਲਣ ਕਰਕੇ ਮੇਰੀ ਅੱਧੀ ਨੀਂਦ ਖਰਾਬ ਹੋ ਗਈ। ਕਿੱਥੇ ਕੁਝ ਧਰਤੀ ਇਸ ਹਨੇਰੀ ਦੇ ਨਾਲ ਕਿੰਨਿਆਂ ਦਾ ਲਾਭ ਜਾਂ ਕਿੰਨਿਆਂ ਦਾ ਨੁਕਸਾਨ, ਇਹ ਵੱਖਰਾ ਵਿਸ਼ਾ ਹੈ। ਪੂਰੇ ਹਨੇਰੀ ਦੇ ਨੇਮ ਨੂੰ ਉਹਨੇ ਆਪਣੇ ਨੀਂਦ ਦੇ ਅਰਥਾਂ ਨਾਲ ਜੋੜਿਆ ਹੋਇਆ ਹੈ। ਅਤੇ ਪੰਛੀਆਂ ਨੂੰ ਹਨੇਰ ਚੱਲਿਆ, ਉਹਨਾਂ ਨੂੰ ਜਦੋਂ ਮੌਕਾ ਮਿਲਿਆ ਉਹਨਾਂ ਫਿਰ ਗੀਤ ਸੰਗੀਤ ਸ਼ੁਰੂ ਕਰ ਲਿਆ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਰੱਬ ਨਾ ਛੋਡਣ ਦਾ ਬਾਸ ਮਤਲਬ ਹੈ ਜੇ ਪੰਛੀ ਇੰਨਾ ਕੁਝ ਹੋਣ ਦੇ ਬਾਵਜੂਦ ਆਪਣਾ ਗੀਤ ਦੀ ਸੁਰ ਨਹੀਂ ਤਿਆਗਦਾ, ਸੰਤ ਪੁਰਖ ਇੰਨਾ ਮਨਫੀ ਜੀਵਨ ਹੁੰਦਿਆਂ ਹੋਇਆਂ ਵੀ ਤਿਆਗ ਨਹੀਂ ਕਰਦੇ, ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸਾਨੂੰ ਆਪਣੇ ਜੀਵਨ ਦੀ ਗਹਿਰੀ ਵਿਚਾਰ ਕਰਨੀ ਚਾਹੀਦੀ ਹੈ ਕਿ ਇਤਨਾ ਕੁਝ ਪੈਂਦਿਆਂ ਮਾਣਦਿਆਂ ਹੋਇਆਂ ਵੀ ਜੇ ਸ਼ੁਕਰਾਨੇ ਦੇ ਜਾਂ ਕਿਸੇ ਤਰ੍ਹਾਂ ਦੇ ਜ਼ਿਕਰ ਦੇ ਭਾਵ ਸਾਡੇ ਅੰਦਰ ਨਹੀਂ ਪੈਦਾ ਹੋ ਰਹੇ, ਤੇ ਸਮਝ ਲੈਣਾ ਕਿ ਸਾਡਾ ਜੀਵਨ ਇੱਕ ਪੰਛੀ ਤੋਂ ਵੀ ਛੋਟਾ ਜੀਵਨ ਹੈ। ਕਿਉਂਕਿ ਪੰਛੀ ਦਾ ਜਿਹੜਾ ਵੱਡਾ ਜੀਵਨ ਹੈ ਉਹਦੇ ਵਿੱਚੋਂ ਗਿਆਨ ਦੇ ਕਈ ਅਰਥ ਪੈਦਾ ਹੁੰਦੇ ਹਨ, ਪਰ ਇਸ ਦੇ ਵਿੱਚੋਂ ਕੁਝ ਨਹੀਂ ਹੋ ਰਿਹਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਸਾਨੂੰ ਇਹ ਉੱਤਮ ਨੁਕਤਾ ਧਾਰਨ ਕਰਨਾ ਚਾਹੀਦਾ ਹੈ, ਰੱਬ ਨਾ ਛੋਡਣ ਪਾਸ, ਕਿ ਸ਼ੁਕਰਾਨੇ ਦੀ ਅਤੇ ਜ਼ਿਕਰ ਦੀ ਜਿਹੜੀ ਤਬੀਅਤ ਹੈ ਉਹ ਸਾਡੇ ਕੋਲੋਂ ਕਦੇ ਮਨਫੀ ਨਾ ਹੋ ਜਾਵੇ। ਇਹ ਇਵੇਂ ਹੋਣੀ ਚਾਹੀਦੀ ਹੈ। ਫਰੀਦਾ ਰੁੱਤ ਫਿਰੀ ਵਣ ਕੰਬਿਆ, ਪੱਤ ਚੜ੍ਹੇ ਝੜ ਪਾਹੇ। ਹੁਣ ਬਾਬਾ ਫਰੀਦ ਸਾਹਿਬ ਜੀ ਅਗਲੇ ਸ਼ਲੋਕ ਵਿੱਚ ਜ਼ਿਕਰ ਕਰਦੇ ਹਨ, ਉਹਨਾਂ ਦੇ ਸ਼ਲੋਕਾਂ ਦਾ ਭਾਵ ਦੇਖੋ। ਜ਼ਿਕਰ ਕਰਦੇ ਹਨ ਰੁੱਤ ਫਿਰੀ ਵਣ ਕੰਬਿਆ, ਜ਼ਿਕਰ ਕਰਦੇ ਹਨ ਕਿ ਕੁਦਰਤ ਦਾ ਪ੍ਰਕਿਰਤੀ ਨੇਮ ਚੱਲਦਾ, ਉਹਦੇ ਵਿੱਚ ਜਿੰਨੀਆਂ ਵੀ ਰੁੱਤਾਂ ਹਨ ਉਹਨਾਂ ਦਾ ਵਹਿਣ ਚੱਲਦਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਰੁੱਤਾਂ ਦੇ ਸਿਲਸਿਲੇ ਵਿੱਚੋਂ ਇੱਕ ਰੁੱਤ ਗੁਜ਼ਰੀ ਵਣ ਕੰਬਿਆ, ਭਾਵ ਕਿ ਜਾਂ ਕੋਈ ਵੀ ਰੁੱਤ ਆਈ, ਕਹਿੰਦੇ ਉਸ ਤੋਂ ਬਾਅਦ ਵਣ ਕੰਬਿਆ, ਜਿਤਨੇ ਰੁੱਖ ਆਦਿਕ ਹਿੱਲੇ ਉਹਦੇ ਉੱਪਰ ਜਿੰਨੇ ਪੱਤੇ ਸਨ ਉਹ ਝੜ ਗਏ। ਕਹਿੰਦੇ ਚਾਰੇ ਕੁੰਡਾਂ ਢੂੰਡੀਆਂ ਰਹਿਣ ਕਥਾਊ ਨਾਹੇ। ਸੋਚਿਆ ਜੀਵਨ ਦੇ ਵਿੱਚ ਕਿ ਬਸੰਤ ਆਈ ਹੈ, ਬਸੰਤ ਦੇ ਵਿੱਚ ਨਵੇਂ ਫੁੱਲ ਫਲ ਪੌਦੇ ਨੇ, ਸ਼ਾਇਦ ਕੁਝ ਦਿਨ ਠਹਿਰ ਜਾਏ, ਪਰ ਕਹਿੰਦੇ ਨਹੀਂ ਠਹਿਰੀ। ਉਸ ਤੋਂ ਬਾਅਦ ਕਹਿੰਦੇ ਜਦੋਂ ਪੱਤਝੜ ਦੀ ਵੀਰਾਨਗੀ ਆਈ, ਕਹਿੰਦੇ ਉਹ ਵੀਰਾਨਗੀ ਦੇ ਨਾਲ ਵੀ ਇਕਸੁਰ ਹੋਣਾ ਚਾਹਿਆ, ਭਾਵ ਕਿ ਕੋਈ ਵੀ ਅਵਸਥਾ ਥਿਰ ਨਹੀਂ ਰਹੀ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਜੀਵਨ ਦੀ ਹਾਲਤ ਸਮਝਾਉਂਦੇ ਹਨ, ਜਿਵੇਂ ਕੁਦਰਤੀ ਹੈ, ਬਸੰਤ ਦੇ ਵਿੱਚ ਜਿਹੜਾ ਰੁੱਖ ਹੈ ਉਹ ਪੂਰੀ ਤਰ੍ਹਾਂ ਹਰਿਆ ਭਰਿਆ, ਹਰਿਆਲੀ ਭਰਿਆ ਹੁੰਦਾ, ਉਹਦੇ 'ਤੇ ਆ ਕੇ ਪੰਛੀ ਵੀ ਚਹਿਕਦੇ ਹਨ, ਉਹਦੀ ਹਰਿਆਲੀ ਦਾ ਵੀ ਕੋਈ ਲਾਭ ਉਠਾਉਂਦਾ ਹੈ, ਕੋਈ ਛਾਂ ਦਾ ਲਾਭ ਉਠਾਉਂਦਾ, ਕਈ ਕੁਝ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਕਾਲ ਰੂਪ ਜਿਹੜਾ ਜੀਵਨ ਹੈ, ਜਦੋਂ ਇਹ ਚੱਲਦਾ ਹੈ ਅਤੇ ਸਰੀਰ ਜਿਹੜੇ ਹਨ ਰੁੱਖਾਂ ਵਰਗੇ, ਜਦੋਂ ਇਹਨਾਂ 'ਤੇ ਕਹਿੰਦੇ ਰੁੱਤਾਂ ਦਾ ਸਿਲਸਿਲਾ ਬਦਲਦਾ ਹੈ ਤਾਂ ਜਿਹੜੀ ਜੋਬਨ ਹੈ ਉਹ ਖਤਮ ਹੋ ਜਾਂਦਾ ਹੈ, ਭਾਵ ਕਿ ਬਸੰਤ ਵਰਗਾ ਜੋਬਨ ਖਤਮ ਹੋ ਜਾਂਦਾ ਹੈ ਅਤੇ ਪੱਤਝੜ ਵਰਗੀ ਵੀਰਾਨਗੀ ਆ ਜਾਂਦੀ ਹੈ। ਅਤੇ ਇਹ ਵੀਰਾਨਗੀ ਆਉਣ ਦੇ ਨਾਲ
ਪੱਤ ਝੜੇ ਝੜ ਪਾਹੇ। ਗਿਆਨ ਇੰਦਰੀ ਕਰਮ ਇੰਦਰੀਆਂ ਦਾ ਬਲ ਬਿਲਕੁਲ ਖਤਮ ਹੋ ਜਾਂਦਾ ਹੈ ਤਾਂ ਕਿਸੇ ਤਰੀਕੇ ਨਾਲ ਕੋਈ ਅਵਸਥਾ ਨਹੀਂ ਠਹਿਰਦੀ। ਹੁਣ ਇਹਦੇ ਵਿੱਚ ਇੱਕ ਬੜੀ ਗਹਿਰੀ ਸਮਝ ਹੈ। ਬਾਣੀ ਦੇ ਵਿੱਚ ਸਾਡੀ ਇੱਕ ਦ੍ਰਿਸ਼ਟੀ ਇਵੇਂ ਹੈ ਕਿ ਅਸੀਂ ਕਿਸੇ ਵੀ ਚੀਜ਼ ਨੂੰ ਗਿਆਨ ਦੇ ਅਰਥਾਂ ਦੇ ਨਾਲ ਜੋੜ ਕੇ ਨਹੀਂ ਸਮਝਦੇ। ਸਾਡੇ ਲਈ ਗਰਮੀ ਦਾ ਆਉਣਾ, ਸਰਦੀ ਦਾ ਆਉਣਾ, ਪੱਤਝੜ ਦਾ ਚੱਲਣਾ, ਕਿਸੇ ਤਰ੍ਹਾਂ ਦੀ ਰੁੱਤ ਸਾਨੂੰ ਲੱਗਦਾ ਇੱਕ ਆਮ ਅਰਥਾਂ 'ਚ ਚੱਲ ਰਹੀ ਹੈ। ਪਰ ਜਿਹੜੇ ਗਿਆਨ ਪੁਰਖਾਂ ਨੂੰ ਉਹਦੇ ਵਿੱਚ ਆਪਣਾ ਅਰਥ ਜੋੜ ਲੈਂਦੇ ਹਨ ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਰੁੱਤ ਫਿਰੀ। ਜੀਵਨ ਦੀ ਇੱਕ ਐਸੀ ਰੁੱਤ ਸੀ, ਭਾਵ ਕਿ ਸਾਡੇ ਬਚਪਨ ਦਾ ਸਮਾਂ, ਉਹਦੇ ਵਿੱਚ ਮਾਸੂਮੀ, ਨਿਰਛਲਤਾ, ਨਿਸ਼ਕਪਟਤਾ, ਇਹ ਜਿਹੜੇ ਗੁਣ ਹਨ ਇਹ ਇੱਕ ਤਾਜ਼ਗੀ ਵਰਗੇ ਹਨ। ਅਤੇ ਇਹਨਾਂ ਤਾਜ਼ਗੀ ਭਰੇ ਗੁਣਾਂ ਦੀ ਜਿਹੜੀ ਖਿਆਲੀ ਤਬੀਅਤ ਹੈ ਉਹ ਥੋੜ੍ਹੇ ਸਮੇਂ ਬਾਅਦ ਬੰਦੇ ਪਾਸੋਂ ਜਿਹੜੀ ਹੈ ਗੁਜ਼ਰ ਜਾਂਦੀ ਹੈ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਫਿਰ ਅਗਲੀ ਰੁੱਤ ਆਉਂਦੀ ਹੈ ਜਿਹਨੂੰ ਜੋਬਨ ਆਖਦੇ ਹਾਂ। ਉਹਦੇ ਵਿੱਚ ਬੜਾ ਬਲ ਹੈ, ਬੜਾ ਤਾਣ ਹੈ, ਬੜਾ ਜੋਸ਼ ਹੈ ਅਤੇ ਲੱਗਦਾ ਕਿ ਉਹਦਾ ਉਸ ਰੁੱਤ ਦਾ ਬੜਾ ਸੁਹਾਵਣਾ ਸਵਾਦ ਹੈ। ਪਰ ਕਹਿੰਦੇ ਉਹ ਵੀ ਗੁਜ਼ਰ ਜਾਂਦੀ ਹੈ। ਫਿਰ ਅੱਗੇ ਜਾ ਕੇ ਪੱਤਝੜ ਦੀ ਵੀਰਾਨਗੀ ਆ ਜਾਂਦੀ ਹੈ, ਭਾਵ ਬੁਢਾਪਾ ਆ ਜਾਂਦਾ ਹੈ, ਸਰੀਰ ਦਾ ਸਾਰਾ ਬਲ ਚਲਿਆ ਜਾਂਦਾ ਹੈ। ਕਹਿੰਦੇ ਬੰਦਾ ਥੋੜ੍ਹਾ ਬਹੁਤਾ ਆਪਣੇ ਆਪ ਨੂੰ ਇਹਦੇ ਨਾਲ ਸਹਿਮਤ ਕਰਦਾ ਹੈ ਕਿ ਚਲੋ ਕੋਈ ਨਾ, ਫੁੱਲ ਫਲ ਪੱਤੇ ਨਹੀਂ ਸਹੀ ਤਾਂ ਇਕੱਲਾ ਰੁੱਖ ਦਾ ਤਣਾ ਹੀ ਸਹੀ। ਕਹਿੰਦੇ ਇਸ ਵਿੱਚ ਪੱਤਝੜ ਦੀ ਵੀਰਾਨਗੀ ਵੀ ਨਹੀਂ ਰਹਿੰਦੀ, ਇਹ ਵੀ ਗੁਜ਼ਰ ਜਾਂਦੀ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੀ ਕਿਹੜੀ ਅਵਸਥਾ ਦੇ ਨਾਲ ਜੁੜੀਏ, ਸਾਰੀਆਂ ਤਾਂ ਗੁਜ਼ਰਨ ਵਾਲੀਆਂ ਹਨ। ਇਸ ਕਰਕੇ ਆਖਦੇ ਹਨ, ਰਹਿਣ ਕਿਥਾਊ ਨਾਏ ਕਿਹੜੀ ਜਗ੍ਹਾ ਮੈਂ ਰਹਾ। ਬਚਪਨ ਦੀ ਬੇਪਰਵਾਹੀ ਚੰਗੀ ਲੱਗਦੀ ਸੀ, ਉਹ ਨਹੀਂ ਰੁਕਿਆ। ਜੋਬਨ ਅਵਸਥਾ ਦਾ ਜਿਹੜਾ ਤਾਣ ਉਹ ਬੜਾ ਜੀਵਨ ਨੂੰ ਪ੍ਰਭਾਵਿਤ ਕਰਦਾ ਸੀ, ਉਹ ਨਹੀਂ ਥਿਰ ਰਿਹਾ। ਅਤੇ ਜ਼ਿਕਰ ਕਰਦੇ ਹਨ ਕਿ ਕੋਈ ਅਵਸਥਾ ਨਹੀਂ ਰੁਕੇਗੀ, ਕਿਹੜੀ ਕਿਹੜੀ ਅਵਸਥਾ ਦੀ ਤਲਾਸ਼ ਕਰਾਂ। ਇਹ ਭਾਵ ਹੋ ਗਿਆ ਪਹਿਲਾ। ਦੂਜਾ ਭਾਵ ਇਹ ਹੋ ਗਿਆ ਜਿਹੜਾ ਆਪਦੇ ਸਨਮੁਖ ਅਰਜ਼ ਕਰਾਂ। ਬਾਬਾ ਫਰੀਦ ਸਾਹਿਬ ਜੀ ਨੇ ਕਿਹਾ, ਰੁੱਤ ਫਿਰੀ ਵਣ ਕੰਬਿਆ। ਪ੍ਰਕਿਰਤੀ ਦੇ ਉੱਪਰ, ਰੁੱਖਾਂ ਦੇ ਉੱਪਰ ਕੋਈ ਰੁੱਤਾਂ ਦਾ ਸਿਲਸਿਲਾ ਚੱਲਦਾ ਹੈ। ਰੁੱਖ ਉਹਦੇ ਨਾਲ ਬਿਲਕੁਲ ਜਿਹੜੇ ਹਨ ਇੱਕ ਸੁਰ ਹਨ। ਪੱਤਝੜ ਆਇਆਂ ਲਗਭਗ ਸਾਰੇ ਰੁੱਖਾਂ ਦੇ ਪੱਤੇ ਰੁਖਸਤ ਹੋ ਜਾਂਦੇ ਹਨ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜਦੋਂ ਮਨੁੱਖ ਦੇ ਜੀਵਨ ਦੇ ਵਿੱਚ ਦੁੱਖ, ਵਿਘਨ ਜਾਂ ਇੰਨਾ ਕੁਝ ਆਉਂਦਾ ਹੈ ਤਾਂ ਮਨੁੱਖ ਦਾ ਜਿਹੜਾ ਛੋਟਾਪਣ ਹੈ ਉਹ ਇਹਨੂੰ ਉੱਚੇ ਅਰਥਾਂ ਦੇ ਵਿੱਚ ਨਹੀਂ ਸਮਝਦਾ। ਉਹ ਸਮਝਦਾ ਮੈਂ ਵੀਰਾਨ ਹੋ ਗਿਆ, ਮੇਰੇ ਪਾਸ ਕੁਝ ਨਹੀਂ ਬਚਿਆ, ਮੈਂ ਕੀ ਕਰ ਸਕਦਾ ਹਾਂ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਰੁੱਖ ਹਰ ਪੱਤਝੜ ਦੇ ਵਿੱਚ ਵੀਰਾਨ ਹੁੰਦੇ ਹਨ, ਪਰ ਉਹ ਇਸ ਆਸ ਵਿੱਚ ਵੀ ਚੱਲਦੇ ਹਨ ਕਿ ਜਿਹੜਾ ਸਾਨੂੰ ਅੱਗੇ ਬਸੰਤ ਦਾ ਨਵ ਤਾਜ਼ਾਪਣ ਪ੍ਰਾਪਤ ਹੋਏਗਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਕਿ ਜੇ ਤੇਰੇ ਅੰਦਰ ਧਰਮ ਦੇ ਸ਼ੁਭ ਗੁਣਾਂ ਦੀ ਵੀਰਾਨਗੀ ਹੈ, ਜਾਂ ਤੈਨੂੰ ਆਪਣੇ ਜੀਵਨ ਨੂੰ ਵਾਚਣ ਤੋਂ ਬਾਅਦ ਲੱਗਦਾ ਕਿ ਮੈਂ ਇਹਨਾਂ ਸਭ ਗੁਣ, ਸ਼ੁਭ ਗੁਣਾਂ ਦੀ ਤਬੀਅਤ ਤੋਂ ਖਾਲੀ ਹਾਂ, ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਤੈਨੂੰ ਸਮਝਣਾ ਚਾਹੀਦਾ ਹੈ ਕਿ ਰੁੱਤ ਦਾ ਇੱਕ ਅਗਲਾ ਆਗਮਨ ਆਉਣਾ ਹੈ। ਜਿਵੇਂ ਪਾਵਨ ਬਾਣੀ ਪੜ੍ਹੀਏ ਤਾਂ ਉਹਦੇ ਵਿੱਚ ਜ਼ਿਕਰ ਆਉਂਦਾ, ਰੁੱਤ ਆਈ ਲੈ ਸਰਸ ਬਸੰਤ ਮਾਹੇ, ਕਿ ਰੁੱਖਾਂ ਨੇ ਪੱਤਝੜ ਦਾ ਸੰਤਾਪ ਭੋਗਿਆ ਪਰ ਉਹਨਾਂ ਨੂੰ ਜਿਹੜੀ ਹੈ ਬਸੰਤ ਨੇ ਨਵੀਂ ਬਹਾਰ ਵੀ ਦੇ ਦਿੱਤੀ ਹੈ। ਜੇ ਤੇਰੇ ਜੀਵਨ ਦੀ ਕੋਈ ਅਵਸਥਾ ਧਰਮ ਦੀ ਸਾਧਨਾ ਤੋਂ, ਸ਼ੁਭ ਗੁਣਾਂ ਦੀ ਸਾਧਨਾ ਤੋਂ ਬਿਨਾਂ ਬਤੀਤ ਹੋ ਗਈ ਹੈ ਅਤੇ ਅੰਦਰ ਦਾ ਕੋਈ ਖੜਾਓ ਨਹੀਂ ਬਣ ਸਕਿਆ, ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹਨਾਂ ਰੁੱਤਾਂ ਦੇ ਸਿਲਸਿਲੇ ਤੋਂ ਸੁਚੇਤ ਹੋਣਾ ਚਾਹੀਦਾ ਹੈ। ਇਸ ਕਰਕੇ ਦੋ ਭਾਵ ਹਨ। ਇੱਕ ਭਾਵ ਇਹ ਹੈ ਕਿ ਇਹ ਸਿਲਸਿਲਾ ਲਗਾਤਾਰ ਚੱਲਦਾ ਜਾਏਗਾ, ਜੋਬਨ, ਜਵਾਨੀ ਇਹ ਲਗਾਤਾਰ ਬਤੀਤ ਹੋਏਗਾ। ਪਰ ਦੂਜਾ ਹੈ ਕਿ ਇਹਨਾਂ ਦੇ ਵਿੱਚ ਜੋ ਕੁਝ ਮੌਲਿਆ ਜਾ ਸਕਦਾ ਹੈ, ਜੋ ਕੁਝ ਬੀਜਣ ਦੇ ਨਾਲ ਮੌਲ ਸਕਦਾ ਹੈ, ਉਹ ਜ਼ਰੂਰ ਨਿਸ਼ਚਿਤ ਕਰਨਾ ਚਾਹੀਦਾ ਹੈ। ਫਰੀਦਾ ਪਾੜ ਪਟੋਲਾ ਧਜ ਕਰੀ, ਕੰਬਲੜੀ ਪਹਿਰਿਓ। ਤਾਂ ਬਾਬਾ ਫਰੀਦ ਸਾਹਿਬ ਜੀ ਅਗਲੇ ਸ਼ਲੋਕ ਵਿੱਚ ਜ਼ਿਕਰ ਕਰਦੇ ਹਨ, ਉਹਨਾਂ ਦੁਨੀਆਦਾਰੀ ਦਾ ਜ਼ਿਕਰ ਕੀਤਾ ਹੈ ਕਿ ਜਦੋਂ ਬਾਬਾ ਫਰੀਦ, ਕਈ ਸਮਝਦੇ ਹਨ ਕਿ ਫਕੀਰਾਂ ਵਰਗਾ ਸਾਦਾ ਲਿਬਾਸ, ਸਾਦਾ ਜੀਵਨ ਧਾਰਨ ਕਰ ਲਈਏ ਤਾਂ ਸ਼ਾਇਦ ਸਾਡੇ ਜੀਵਨ ਦੀ ਜਿਹੜੀ ਗਣਨਾ ਉਹ ਦਰਵੇਸ਼ਾਂ ਵਰਗੀ ਹੋ ਜਾਵੇ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਸ ਨੁਕਤੇ ਕਰਕੇ ਅੰਦਰ ਕਈਆਂ ਦੇ ਖਿਆਲ ਉਪਜਦਾ ਹੈ, ਜਾਂ ਉਹਨਾਂ ਖੁਦ ਦੀ ਵੀ ਬਾਤ ਕੀਤੀ ਹੈ ਕਿ ਪਾੜ ਪਟੋਲਾ, ਜਿਹੜੇ ਸੁੰਦਰ ਕੀਮਤੀ ਵਸਤਰ ਧਾਰਨ ਕੀਤੇ ਹਨ, ਜਿਹੜੇ ਬੜੇ ਸੁੰਦਰ ਹਨ, ਕੀਮਤੀ ਹਨ, ਬੜੀ ਸੱਜ ਫੱਬ ਵਾਲੇ ਹਨ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਜ਼ਿਕਰ ਕਰਦੇ ਹਨ, ਪਾੜ ਪਟੋਲਾ ਕਰਦਾ, ਜੀ ਕਰਦਾ ਹੈ ਕਿ ਇਹਨਾਂ ਸੁੰਦਰ ਕੱਪੜਿਆਂ ਨੂੰ ਪਾੜ ਕੇ ਧਜ ਕਰੀ,
ਪਾ ਬਿਲਕੁਲ ਉਤਾਰਦਿਆਂ ਕੰਬਲੜੀ ਪਹਿਰਿਓ। ਅਤੇ ਕੋਈ ਜਿਹੜਾ ਹੈ ਕੰਬਲ ਆਦਿਕ ਧਾਰਨ ਕਰ ਲਵਾਂ ਮੋਟਾ ਉਹਨਾਂ ਦਾ। ਜਿੰਨੀ ਵੇਸੀ ਸਹੁ ਮਿਲੈ ਸੋਈ ਵੇਸ ਕਰਿਓ। ਜਿਨ੍ਹਾਂ ਵੇਸਾਂ ਦੇ ਨਾਲ ਮਾਲਕ ਮਿਲਦਾ ਹੈ ਉਹੀ ਵੇਸ ਮੈਂ ਧਾਰਨ ਕਰ ਲਵਾਂ। ਇਹ ਜ਼ਿਕਰ ਕਰਦੇ ਨੇ। ਇਹ ਜ਼ਿਕਰ ਬਾਬਾ ਫਰੀਦ ਸਾਹਿਬ ਜੀ ਨੇ ਕਿਉਂ ਕੀਤਾ, ਇਹਦਾ ਇੱਕ ਕਾਰਨ ਹੈ। ਕਿਉਂਕਿ ਜਦੋਂ ਆਮ ਜਿਹੜੀ ਲੋਕਾਈ ਹੈ ਉਹ ਧਾਰਮਿਕ ਪੁਰਸ਼ਾਂ ਨੂੰ ਦੇਖਦੀ ਹੈ ਅਤੇ ਉਹ ਸਮਝਦੀ ਹੈ ਸ਼ਾਇਦ ਇਹਨਾਂ ਦਾ ਜੀਵਨ ਇਕੱਲਾ ਲਿਬਾਸ ਕਰਕੇ, ਅਤੇ ਇਹ ਲਿਬਾਸ ਕਰਕੇ ਹੀ ਸੰਤਾਂ ਨੇ, ਲਿਬਾਸ ਕਰਕੇ ਹੀ ਫਕੀਰ ਹਨ। ਪਰ ਜੇ ਫਕੀਰਾਂ ਦਾ ਸਾਰਿਆਂ ਦਾ ਲਿਬਾਸ ਸਾਦਾ ਜਾਂ ਇੱਕੋ ਜਿਹਾ ਹੁੰਦਾ ਹੈ, ਉਹਦਾ ਕਾਰਨ ਹੈ ਕਿ ਉਹਨਾਂ ਦਾ ਆਤਮ ਅਨੁਭਵ ਹੁੰਦਾ। ਜਿਵੇਂ ਵੇਸ ਦੇ ਸੰਬੰਧ ਵਿੱਚ ਬਾਬਾ ਫਰੀਦ ਸਾਹਿਬ ਜੀ ਨੇ ਆਖਿਆ, ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ, ਗੁਨਹੀ ਭਰਿਆ ਮੈਂ ਫਿਰਾਂ ਲੋਕ ਹੈ ਦਰਵੇਸ਼। ਭਾਵ ਕਿ ਉਹਨਾਂ ਨੇ ਆਪਣੇ ਅੰਦਰ ਦਾ ਵੀ ਹਾਲਤ ਦੱਸੀ ਹੋਈ ਹੈ। ਤਾਂ ਸੰਸਾਰ ਨੂੰ ਲੱਗਦਾ ਹੈ ਕਿ ਕੇਵਲ ਉਹ ਕਾਲਾ ਜਾਂ ਕੰਬਲ ਧਾਰਨ ਕਰਨ ਦੇ ਨਾਲ ਹੀ ਫਕੀਰ ਹੋ ਜਾਵਾਂਗੇ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹ ਭੁਲੇਖਾ ਚੱਲਦਾ ਹੈ ਦੁਨੀਆ ਦੇ ਵਿੱਚ। ਇਸ ਕਰਕੇ ਮਨ ਦੇ ਅੰਦਰ ਕਹਿੰਦੇ ਜਿਹੜੇ ਧਾਰਨ ਕਰ ਲੈਂਦੇ ਹਨ, ਫਿਰ ਜਿਹੜੇ ਬੰਦਗੀ, ਇਸ ਕਰਕੇ ਸੰਤ ਪੁਰਖ ਸਾਦਗੀ ਤਾਂ ਧਾਰਨ ਕਰਦੇ ਹਨ ਕਿ ਉਹਨਾਂ ਦੇ ਜੀਵਨ ਵਿੱਚ ਕਿਸੇ ਤਰ੍ਹਾਂ ਦੀ ਭਟਕਣ ਨਾ ਪੈਦਾ ਹੋਵੇ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ, ਪਾੜ ਪਟੋਲਾ ਧੱਜ ਕਰੀ। ਜੀਵਨ 'ਚ ਕਹਿੰਦੇ ਕਈ ਦਫਾ ਸੰਤ ਪੁਰਖਾਂ ਨੂੰ ਦੇਖ ਕੇ ਖਿਆਲ ਆਇਆ ਕਿ ਜੇ ਆ ਚੰਗੇ ਭਲੇ ਕੱਪੜੇ ਜਿਹੜੇ ਸੁੰਦਰ ਕੀਮਤੀ ਪਾਏ ਨੇ, ਇਹਨਾਂ ਨੂੰ ਪਾੜ ਕੇ ਜੇ ਅਸੀਂ ਵੀ ਕਿਤੇ ਕੰਬਲੀ ਪਹਿਨ ਲਈਏ, ਜਿੰਨੀ ਵੇਸੀ ਸੌ ਮਿਲੈ ਸੋਈ ਵੇਸ ਕਰਿਓ, ਇਹਨਾਂ ਵਰਗਾ ਵੇਸ ਧਾਰਨ ਕਰ ਲਈਏ, ਅਤੇ ਹੋ ਸਕਦਾ ਸਾਨੂੰ ਵੀ ਮਾਲਕ ਫਿਰ ਪ੍ਰੀਤਮ ਦੀ ਪ੍ਰਾਪਤੀ ਹੋ ਜਾਵੇ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਭੁਲੇਖਾ ਹੈ। ਜੀਵਨ ਦੇ ਵਿੱਚ ਜ਼ਿਕਰ ਕਰਦੇ ਹਨ, ਜਿੰਨੀ ਵੇਸੀ, ਜਿਹੜਾ ਪ੍ਰਭੂ ਹੈ ਉਹ ਵੇਸਾਂ ਦਾ ਮੁਤਾਹਤ ਨਹੀਂ। ਬਾਣੀ ਦੇ ਵਿੱਚ ਵਾਕ ਹੈ, ਲੋਕਾ ਵੇਹੋਂ ਸੂਹਵੀ ਸੂਹਾ ਵੇਸ ਕਰੀ, ਵੇਸੀ ਸਹੁ ਨਾ ਪਾਈਐ ਕਰ ਕਰ ਵੇਸ ਰਹੀ। ਸੁਹਾਗਣ ਦਾ ਸੂਹਾ ਨੇਮ ਜਿਹੜਾ ਉਹਦਾ ਵਸਤਰ ਹੁੰਦੇ ਨੇ। ਸੁਹਾਗਣ ਵਰਗੇ ਕੱਪੜੇ ਧਾਰਨ ਕਰ ਲਵੇ, ਸਾਰੀ ਵੇਸ਼ ਭੂਸ਼ਾ ਧਾਰਨ ਕਰ ਲਵੇ, ਪਰ ਜਿੰਨਾ ਚਿਰ ਕੰਤ ਦਾ ਸਾਥ ਨਹੀਂ ਜਾਂ ਕੰਤ ਦੀ ਮਰਯਾਦਾ ਦੇ ਵਿੱਚ ਸਾਡਾ ਪਾਲਣ ਨਹੀਂ, ਉਹਨਾਂ ਚਿਰ ਉਹਦੀ ਗਿਣਤੀ ਨਹੀਂ ਹੁੰਦੀ। ਅਤੇ ਉਹਦੇ ਧਾਰਨ ਕੀਤੇ ਹੋਏ ਵੇਸ ਦੇ ਉੱਪਰ ਵੀ ਲੋਕ ਜਿਹੜਾ ਹੈ ਤਨਜ ਕੱਸਦੇ ਹਨ ਕਿ ਤੇਰਾ ਤਾਂ ਅਸਲ ਜੀਵਨ ਹੈ ਨਹੀਂ, ਪਰ ਲਿਬਾਸ ਦੇ ਨਾਲ ਪਖੰਡ ਕਿਉਂ ਕੀਤਾ ਜਾ ਰਿਹਾ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ ਕਿ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਜਿਹੜਾ ਦਰਵੇਸ਼ੀ ਮਾਰਗ ਹੈ, ਭਾਵ ਸਾਦੇ ਕੱਪੜੇ ਧਾਰਨ ਕਰਨ ਦੇ ਨਾਲ ਮਿਲ ਜਾਏਗਾ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਗਹਿਰੇ ਭੁਲੇਖੇ ਵਿੱਚ ਹਨ। ਅਤੇ ਜੇ ਕਹਿੰਦੇ ਇਹ ਵੀ ਖਿਆਲ ਲੱਗਦਾ ਹੈ ਕਿ ਇਸ ਵੇਸ ਦੇ ਨਾਲ ਹੀ ਸਾਰੀ ਗੱਲ ਬਣ ਜਾਏਗੀ, ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉਹ ਵੇਸ ਹੀ ਅੰਦਰਲਾ ਦੇਖਦਾ ਹੈ। ਇਸ ਕਰਕੇ ਜਦੋਂ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਸਾਹਿਬ ਵਿਖੇ ਆ ਗਏ, ਸਿੱਧਾਂ ਦੀ ਇੱਕ ਮੰਡਲੀ ਉਹਨਾਂ ਦੇ ਨਾਲ ਗਿਆਨ ਗੋਸ਼ਟ ਕਰਨ ਆਈ। ਉਹਨਾਂ ਆ ਕੇ ਜ਼ਿਕਰ ਕੀਤਾ, ਜਾਂ ਜਦੋਂ ਇੱਕ ਜ਼ਿਕਰ ਮਿਲਦਾ ਕਿ ਅਚਲ ਬਟਾਲੇ ਵਿਖੇ, ਜਦੋਂ ਉਰੋਂ ਤੱਕ ਗੁਰੂ ਸਾਹਿਬ ਜੀ ਕਰਤਾਰਪੁਰ ਸਾਹਿਬ ਆ ਗਏ ਸਨ, ਅਚਲ ਬਟਾਲੇ ਵਿਖੇ ਆਏ, ਜਦੋਂ ਸਿੱਧਾਂ ਦੇ ਨਾਲ ਗੋਸ਼ਟ ਹੋਈ ਤਾਂ ਸਿੱਧਾਂ ਨੇ ਤੰਜ ਕੀਤੀ ਗੁਰੂ ਸਾਹਿਬ ਜੀ ਦੇ ਉੱਪਰ ਕਿ ਤੁਹਾਡੀ ਕੀਤੀ ਹੋਈ ਸਾਰੀ ਭਗਤੀ ਬੰਦਗੀ ਅਧਿਆਤਮਿਕ ਕਮਾਈ ਜਿਹੜੀ ਹੈ ਬੇਅਰਥ ਚਲੀ ਗਈ ਹੈ। ਭਾਵ ਕਿ ਜਿਹੜਾ ਤੁਸੀਂ ਜੋ ਪਹਿਲਾਂ ਗੇਰੂਏ ਵਸਤਰ ਧਾਰਨ ਕਰਕੇ ਉਦਾਸੀਆਂ ਕੀਤੀਆਂ, ਉਹਦੇ ਵਿੱਚ ਜੋ ਵੀ ਸਾਧਨਾ ਕੀਤੀ ਉਹ ਤੁਹਾਡੀ ਸਾਰੀ ਵਿਅਰਥ ਚਲੀ ਗਈ ਹੈ, ਕਿਉਂਕਿ ਤੁਸੀਂ ਫਿਰ ਗ੍ਰਸਤੀ ਹੋ ਗਏ ਹੋ, ਆਮ ਸੰਸਾਰੀਆਂ ਵਾਲੇ ਕੱਪੜੇ ਪਾ ਲਏ ਹਨ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ, ਫਿਰ ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ, ਪੈਰ ਸੰਸਾਰੀ ਕੱਪੜੇ ਮੰਜੀ ਬੈਠ ਕੇ ਆਪਾ ਸਾਰਾ। ਕਹਿਣ ਲੱਗੇ ਤੁਸੀਂ ਸੰਸਾਰੀ ਹੋ ਗਏ, ਤੁਹਾਡਾ ਸਾਰਾ ਕੁਝ ਚਲਿਆ ਗਿਆ ਹੈ। ਤਦ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਇੱਕ ਹੁੰਦਾ ਵੇਸ, ਇੱਕ ਹੁੰਦੇ ਹਨ ਵੇਸੀ, ਅਤੇ ਇੱਕ ਹੁੰਦੇ ਹਨ ਇਸ ਸਾਰੇ ਤੋਂ ਪ੍ਰਾਮ ਵਾਲੇ। ਵੇਸ ਦਾ ਮਤਲਬ ਜਿਨ੍ਹਾਂ ਨੂੰ ਪਤਾ ਹੈ ਕਿ ਧਾਰਮਿਕ ਬੰਦਿਆਂ ਦਾ ਆਹ ਵੇਸ, ਦੂਜਿਆਂ ਦਾ ਆਹ। ਵੇਸੀ ਦਾ ਮਤਲਬ ਇਹ ਹੈ ਕਿ ਜਿਨ੍ਹਾਂ ਨੇ ਧਾਰਨ ਕਰ ਕਰਕੇ ਵੇਖਦੇ ਰਹਿਣਾ। ਪਰ ਬਾਬਾ ਫਰੀਦ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਕਿ ਸਾਡਾ ਅੰਤਰ ਵੈਰਾਗ ਵਿੱਚ ਹੈ। ਜਦੋਂ ਪਹਿਲਾਂ ਗੇਰੂਏ ਵਸਤਰ ਪਾਏ ਸਨ, ਉਦੋਂ ਜੇ ਘਰ ਤਿਆਗਿਆ ਸੀ ਤਾਂ ਉਹਦਾ ਮਤਲਬ ਇਹ ਨਹੀਂ ਸੀ ਕਿ ਉਹ ਕਿਸੇ ਵਿਪਦਾ ਕਰਕੇ ਤਿਆਗਿਆ ਸੀ। ਉਦੋਂ ਸਾਡੇ ਵੈਰਾਗ ਦੇ ਵਿੱਚੋਂ ਗਿਆਨ ਦੇ ਅਰਥ ਪੈਦਾ ਹੋਣੇ ਸਨ, ਭਾਵ ਕਿ ਉਦਾਸੀਆਂ ਦਾ ਭ੍ਰਮਣ ਕਰਨਾ ਸੀ। ਅਤੇ ਜਿੰਨਾ ਚਿਰ ਕੋਈ ਸਾਡਾ ਲਿਬਾਸ ਉਦਾਸੀਆਂ ਵਾਲਾ ਜਾਂ ਵੈਰਾਗੀਆਂ ਵਾਲਾ ਨਹੀਂ ਦੇਖੇਗਾ, ਉਹਨੇ ਸਾਡੇ ਨੇੜੇ ਆਉਣਾ ਹੀ ਨਹੀਂ ਸੀ। ਉਹਨੇ ਕਹਿਣਾ ਇਹ ਆਮ ਗ੍ਰਸਤੀ ਹਨ। ਇਸ ਕਰਕੇ ਪ੍ਰਬੋਧਨ ਦੇ ਲਈ ਉਹ ਵੇਸ ਸੀ। ਇਸ ਕਰਕੇ ਉਸ ਵੇਸ ਦੇ ਨਾਲ ਨਹੀਂ, ਉਸ ਵੇਸ ਦੇ ਅੰਤਰਗਤ ਜੋ ਜੀਵਨ ਚਾਹੀਦਾ ਅਸੀਂ ਉਹਦੇ ਨਾਲ ਜੁੜੇ। ਇਸ ਕਰਕੇ ਸਾਡਾ ਕੁਝ ਵਿਅਰਥ ਨਹੀਂ ਗਿਆ। ਅਸਲ ਦੇ ਵਿੱਚ ਤੁਹਾਡਾ ਹੈ ਕਿ ਤੁਸੀਂ ਵੇਸ ਧਾਰਨ ਕਰਕੇ ਵੀ ਉਸ ਵੇਸ ਦੇ ਅਰਥਾਂ ਤੋਂ
ਕੋਰੇ ਰਹਿ ਜਾਂਦੇ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਜਿੰਨੀ ਵੇਸੀ ਸਹੁ ਮਿਲੈ। ਆ ਧਰਮ ਦੇ ਵਿੱਚ ਵੀ ਕਈ ਤਰ੍ਹਾਂ ਦੇ ਬੰਦੇ ਪ੍ਰਸ਼ਿਕਸ਼ਣ ਕਰਦੇ ਨੇ ਕਿ ਕਦੇ ਧਰਮ ਦੇ ਨਾਂ 'ਤੇ ਇਸ ਤਰ੍ਹਾਂ ਦਾ ਵੇਸ ਹੋ ਜਾਵੇ ਤਾਂ ਸ਼ਾਇਦ ਗੱਲ ਬਣ ਜਾਏ। ਅਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਮਨ ਕਰਦਾ ਕਿ ਆਪਣਾ ਸੁੰਦਰ ਕੱਪੜੇ ਨੂੰ ਪਟੋਲਾ ਆਖਦੇ ਹਨ। ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਜੀ ਕਰਦਾ ਕੰਬਲ ਪਹਿਨ ਲਵਾਂ। ਪਰ ਅੱਗੇ ਗੁਰੂ ਅਮਰਦਾਸ ਸਾਹਿਬ ਜੀ ਦੀ ਸਲੋਕ ਦੀ ਬਖਸ਼ਿਸ਼ ਹੈ। ਮਹੱਲਾ ਤੀਜਾ, ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ। ਤਾਂ ਪਿਛਲੇ ਸਲੋਕ ਦੇ ਨਾਲ ਇੱਕ ਭਾਵ ਜੁੜਦਾ ਹੈ ਕਿ ਜਦੋਂ ਸੂਫੀ ਤਿਆਗਵਾਦ ਦਾ ਰੂਪ ਧਾਰਨ ਕਰਦੇ ਸਨ ਤਾਂ ਉਹ ਬੜੇ ਕੁਝ ਦਾ ਤਿਆਗ ਕਰ ਦਿੰਦੇ ਸਨ, ਸੁੰਦਰ ਕੱਪੜਿਆਂ ਦਾ, ਸੁੰਦਰ ਮਕਾਨ ਦਾ, ਸਭ ਕੁਝ ਦਾ। ਤਾਂ ਗੁਰੂ ਅਮਰਦਾਸ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਾਏ ਪਟੋਲਾ ਪਾੜਤੀ। ਕਿਹੜੀ ਗੱਲੋਂ ਸੁੰਦਰ ਕੱਪੜੇ ਪਾੜ ਦਿੱਤੇ ਜਾਣ, ਜਲਾ ਦਿੱਤੇ ਜਾਣ ਜਾਂ ਰੁਖਸਤ ਕਰ ਦਿੱਤੇ ਜਾਣ? ਕੰਬਲੜੀ ਵੀ ਕਿਉਂ ਪਹਿਨੀ ਜਾਵੇ, ਕੀ ਵੱਡਾ ਕਾਰਨ ਹੈ? ਤਾਂ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਨਾਨਕ ਘਰ ਹੀ ਬੈਠਿਆਂ ਸਹੁ ਮਿਲੈ, ਜੇ ਨੀਅਤ ਰਾਸ ਕਰੇ। ਕਿ ਵੇਸਾਂ ਦਾ ਪੱਧਰ ਜਿਹੜਾ ਹੈ ਉਹ ਬਾਹਰ ਮੁਖਤਾ ਦੇ ਵਿੱਚ ਆ ਜਾਂਦਾ ਹੈ। ਜਿਵੇਂ ਜਿਹੜੇ ਰਾਜੇ ਜਨਕ ਵਰਗੇ ਹਨ, ਉਹ ਰਾਜ ਭਾਗ ਹੁੰਦਿਆਂ ਹੋਇਆਂ ਵੀ ਵੈਰਾਗੀ ਰਹੇ। ਇਸੇ ਤਰ੍ਹਾਂ ਬਾਬਾ ਫਰੀਦ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਜੀ ਦੀ ਬਖਸ਼ਿਸ਼ ਹੈ, ਨਾਨਕ ਘਰ ਹੀ ਬੈਠਿਆਂ ਸਹੁ ਮਿਲੈ, ਜੇ ਨੀਅਤ ਰਾਸ ਕਰੇ। ਘਰ ਵਿੱਚ ਬੈਠਿਆਂ ਹੋਇਆਂ ਹੀ ਮਾਲਕ ਦੀ ਪ੍ਰਾਪਤੀ ਹੋ ਸਕਦੀ ਜੇ ਨੀਅਤ ਰਾਸ ਕਰੇ। ਹੁਣ ਨੀਅਤ ਸ਼ਬਦ ਕਿਆ ਹੈ? ਤਾਂ ਇਹਦੀ ਇੱਕ ਵਿਚਾਰ ਇਹ ਬਣਦੀ ਹੈ ਕਿ ਲਿਬਾਸ ਧਾਰਨ ਕਰਨਾ ਹੱਦ 1-2 ਮਿੰਟ ਦਾ ਕੰਮ ਹੈ। ਭਾਵ ਕਿ ਕੰਬਲ ਵੀ ਧਾਰਨ ਕਰਨੀ ਹੈ, ਘਰ ਦੇ ਵਿੱਚ ਹੋਏਗਾ ਜਾਂ ਬਾਜ਼ਾਰ ਤੋਂ ਖਰੀਦ ਕੇ ਸਿੱਧਾ ਚੋਗਾ ਸੀਂ ਲਓ, ਗਲ ਦੇ ਵਿੱਚ ਪਾ ਲਓ। ਹੱਦ ਇਸ ਨੂੰ 1 ਤੋਂ ਲੈ ਕੇ 10 ਮਿੰਟ ਲੱਗਣਗੇ। ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ, ਜਿਹੜਾ ਇਹਦੇ ਨਾਲ ਜੁੜ ਕੇ ਅੰਦਰੋਂ ਨੀਅਤ ਸਫਾਈ ਕਰਨੀ ਹੈ, ਜੇ ਉਹਦੇ ਅੰਦਰ ਉਲਟ ਮਨਸ਼ਾ ਬਣੀ ਰਹੀ ਤਾਂ ਵੇਸ ਕੀ ਕਰੇਗਾ? ਭਾਵ ਕਿ ਸੂਫੀਆਂ ਵਰਗਾ ਕਾਲਾ ਵੇਸ, ਸਾਦਾ ਵੇਸ ਕੰਬਲ ਧਾਰਨ ਕਰ ਲਿਆ, ਪਰ ਮਨ ਦੇ ਅੰਦਰ ਸਵਾਦਾਂ ਦੀ, ਵਕਾਰਾਂ ਦੀ ਜਾਂ ਦੁਨਿਆਵੀ ਰਸਾਂ ਕਸਾਂ ਦੀ ਚੇਸ਼ਟਾ ਉਵੇਂ ਬਣੀ ਰਹੀ। ਤਾਂ ਬਾਬਾ ਫਰੀਦ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਗੱਲ ਤਾਂ ਸਾਰੀ ਨੀਅਤ ਦੇ ਉੱਪਰ ਟਿਕਣੀ ਸੀ। ਭਾਵ ਕਿ ਇੱਕ ਪਾਸੇ ਜਿਹੜਾ ਹੈ ਸੁੰਦਰ ਲਿਬਾਸ ਤਿਆਗ ਦਿੱਤੇ ਨੇ, ਸਾਦੇ ਧਾਰਨ ਕਰ ਲਏ ਨੇ, ਪਰ ਮਨ ਦੇ ਅੰਦਰ ਅਜੇ ਵੀ ਸੁੰਦਰ ਵਸਤਰਾਂ ਦੀ ਵਾਸਨਾ ਬਣੀ ਰਹੀ, ਤਾਂ ਇਹ ਨੀਅਤ ਨੂੰ, ਕਰਮ ਨੂੰ ਪ੍ਰਭਾਵਿਤ ਕਰੇਗੀ। ਇਸ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਹਨ, ਘਰ ਹੀ ਬੈਠਿਆਂ ਸਹੁ ਮਿਲੈ। ਬਾਹਰ ਦੀ ਵਿਚਾਰ ਛੱਡੋ, ਜੇ ਅੰਤਰੀਵ ਸਾਡਾ ਸਾਧਿਆ ਹੋਇਆ, ਹੁਣ ਜਿਹੜੀ ਸਾਦਗੀ ਹੈ ਉਹ ਬੰਦੇ ਦੇ ਵਸਤਰਾਂ ਤੋਂ ਵੀ ਝਲਕਦੀ ਹੈ, ਪਰ ਉਹਦੇ ਅੰਦਰ ਵੀ ਇੱਕ ਸਾਦਗੀ ਦਾ ਰੂਪ ਹੁੰਦਾ ਹੈ। ਅਤੇ ਸਾਦਗੀ ਦਾ ਇੱਕ ਵੱਡਾ ਮੀਨਿੰਗ ਇਹ ਹੁੰਦਾ ਹੈ ਕਿ ਸਾਰੀਆਂ ਚੀਜ਼ਾਂ ਜਿਵੇਂ ਦੀ ਕੁਦਰਤ ਦੀ ਸੁੰਦਰਤਾ ਵਿੱਚ ਹਨ, ਉਹਨਾਂ ਨੂੰ ਉਵੇਂ ਰੱਖਣ ਦੇਣਾ। ਤਾਂ ਬਾਬਾ ਫਰੀਦ ਹੁਣ ਜਿਵੇਂ ਉਦਾਹਰਨ ਦੇ ਤੌਰ 'ਤੇ ਆਕਾਸ਼ ਹੈ ਅਤੇ ਧਰਤੀ ਹੈ, ਲਗਭਗ ਰੰਗ ਇੱਕੋ ਜਿਹਾ ਹੈ। ਆ ਬਨਸਪਤੀ ਦਾ ਰੰਗ ਵੀ ਹਰਾ ਹੈ। ਇਹ ਬੰਦੇ ਨੂੰ ਹੀ ਲੱਗਦਾ ਕਿ 7-8 ਤਰ੍ਹਾਂ ਦੇ ਰੰਗ ਆਪਣੇ ਵਸਤਰਾਂ 'ਚ ਸ਼ਾਮਲ ਕਰਾਂ ਅਤੇ ਫਿਰ ਹੀ ਸੋਹਣਾ ਲੱਗਾਂਗਾ। ਤਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਇਸ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਦੀ ਬਖਸ਼ਿਸ਼ ਹੈ, ਨੀਅਤ ਰਾਸ ਕਰੇ। ਹੁਣ ਨੀਅਤ ਰਾਸ ਦੇ 2-3 ਨੁਕਤੇ ਆਪਦੇ ਸਨਮੁਖ ਰੱਖਦੇ ਹੋ। ਨੀਅਤ ਰਾਸ ਦਾ ਸਭ ਤੋਂ ਪਹਿਲਾ ਮਤਲਬ ਇਹ ਹੈ, ਅਰਥ ਹੈ ਕਿ ਜਿਸ ਪ੍ਰਯੋਜਨ ਦੇ ਲਈ ਵੇਸ ਧਾਰਨ ਕਰਨਾ ਹੈ, ਉਹਦੀ ਸਾਧਨਾ ਸਾਡੇ ਜੀਵਨ 'ਚ ਹੋਵੇ। ਮਤਲਬ ਜੇ ਸਾਧੂ ਵੇਸ ਧਾਰਨ ਕਰ ਹੀ ਲਿਆ ਹੈ ਦਿਖਾਵੇ ਵਜੋਂ, ਤਾਂ ਅੱਗੇ ਨੀਅਤ ਦੇ ਉੱਪਰ ਕੰਮ ਕਰਨਾ ਸ਼ੁਰੂ ਕਰ ਦਿਓ ਕਿ ਹੁਣ ਵਸਤਰਾਂ ਦੀ, ਸਵਾਦਾਂ ਦੀ ਵਾਸ਼ਨਾ ਛੱਡਦੇ ਜਾਓ। ਦੂਜਾ, ਜੇ ਕਾਲੇ ਵਸਤਰ ਧਾਰਨ ਕਰ ਲਏ ਹਨ ਅਤੇ ਦੂਜਿਆਂ ਨੂੰ ਨਾ ਭਰਮਾਓ, ਆਪਣੇ ਅੰਦਰ ਦਾ ਕਾਲਾਪਣ ਵਾਚੋ ਕਿ ਕਿੰਨੇ ਜ਼ਿਆਦਾ ਜਿਹੜਾ ਜੀਵਨ ਹੈ ਕਾਲਾ ਹੋਇਆ ਪਿਆ ਹੈ। ਫਿਰ ਨੀਅਤ ਰਾਸ ਦਾ ਮਤਲਬ ਇਹ ਹੈ ਕਿ ਜੇ ਸਾਰਾ ਕੁਝ ਠੀਕ ਹੈ ਅਤੇ ਇਕੱਲਾ ਵੇਸ ਦੇ ਧਾਰਨ ਕਰਨ ਦੇ ਨਾਲ ਮਨ ਵੀ ਸ਼ੁੱਧ ਹੋ ਗਿਆ, ਬਾਕੀ ਸਾਰਾ ਕੁਝ ਵੀ ਠੀਕ ਹੋ ਗਿਆ, ਅਤੇ ਨੀਅਤ ਰਾਸ ਕਰੇ ਦਾ ਮਤਲਬ ਇਹ ਹੈ ਕਿ ਮਾਲਕ ਨੇ ਤੇਰਾ ਅੰਤਰੀਵ ਦੇਖਣਾ। ਜੇ ਉਹ ਬੰਦਗੀ ਦੇ ਨਾਲ ਭਰਿਆ ਹੋਇਆ ਤਾਂ ਫਿਰ ਤੇਰਾ ਕਾਰਜ ਰਾਸ ਆ ਜਾਏਗਾ। ਹੁਣ ਜਿਵੇਂ ਵਰਤਮਾਨ ਸਮੇਂ ਦੇ ਵਿੱਚ ਮਨੁੱਖਾਂ ਨੂੰ ਇੱਕ ਭੁਲੇਖਾ ਰਹਿੰਦਾ, ਹਰ ਮਨੁੱਖ ਨਾ ਆਪਣੇ ਜੀਵਨ ਦੀ ਜਿਹੜੀ ਕੁਦਰਤੀ ਹੈ, ਅਮੀਰੀ ਹੈ, ਉਹ ਆਪਣੇ ਨਾ ਵੇਸ ਦੁਆਰਾ ਸਿੱਧ ਕਰਨ ਦਾ ਯਤਨ ਕਰਨ ਲੱਗ ਪਿਆ ਹੈ। ਇੱਕ ਐਸਾ ਮਨੁੱਖਤਾ ਦੇ ਅੰਦਰ ਜਿਹੜੀ ਹੈ ਕਮਜ਼ੋਰੀ ਚੱਲਣ ਲੱਗ ਪਈ। ਤਾਂ ਇੰਝ ਹੀ ਧਰਮ ਦੇ ਵਿੱਚ ਵੀ ਵਾਪਰਿਆ ਹੈ। ਤਾਂ ਬਾਬਾ ਫਰੀਦ ਸਾਹਿਬ ਗੁਰੂ ਅਮਰਦਾਸ ਸਾਹਿਬ ਦੀ ਬਖਸ਼ਿਸ਼ ਕਰਦੇ, ਨੀਅਤ ਰਾਸ ਕਰੇ ਦਾ ਮਤਲਬ ਇਹ ਹੈ ਕਿ ਤੇਰੀ ਜਿਹੜੀ ਬੰਦਗੀ ਹੈ ਉਹ ਕਿੰਨੀ ਹੈ ਜਾਂ ਕਿਵੇਂ ਹੈ, ਸੰਸਾਰ ਨੇ ਦੇਖਣੀ।
ਸੰਸਾਰ ਨੇ ਨਹੀਂ ਦੇਖਣੀ। ਤੇਰਾ ਅੰਦਰ ਕਿੰਨਾ ਪਵਿੱਤਰ ਹੈ, ਇਹ ਸੰਸਾਰ ਦੀ ਚਰਚਾ ਕਰ ਸਕਦਾ, ਪਰ ਇਹਨੂੰ ਹੱਲ ਕਰਨਾ ਪਰਮੇਸ਼ਰ ਦੇ ਵੱਸ ਹੈ। ਇਸ ਕਰਕੇ ਨੀਅਤ ਦਾ ਮਸਲਾ ਹੈ ਕਿ ਜੋ ਕਰਮ ਧਾਰਨ ਕਰਨਾ ਹੈ ਉਹੀ ਉੱਤਮ ਹੋਣਾ ਚਾਹੀਦਾ ਹੈ। ਮਹੱਲਾ ਪੰਜਵਾਂ। ਅੱਗੇ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਫਰੀਦਾ ਗਰਭ ਜਿਨਾ ਵਡਿਆਈਆ, ਧਨ ਜੋਬਨ ਆਗਾਹ। ਤਾਂ ਬਾਬਾ ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਨੀਅਤ ਰਾਸ ਕਿਵੇਂ ਹੋਏਗੀ, ਕਿ ਨੀਅਤ ਠੀਕ ਕਿਵੇਂ ਹੋ ਸਕਦੀ ਹੈ। ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਗਰਭ ਜਿਨਾ ਵਡਿਆਈਆਂ, ਕਿ ਜਿਨ੍ਹਾਂ ਦੇ ਮਨ ਅੰਦਰ ਆਪਣੀ ਇੱਜ਼ਤ ਦਾ ਅਹੰਕਾਰ ਹੈ, ਜਿਨ੍ਹਾਂ ਦੇ ਅੰਦਰ ਆਪਣੇ ਧਨ ਦਾ ਅਹੰਕਾਰ ਹੈ, ਜਿਨ੍ਹਾਂ ਦੇ ਅੰਦਰ ਆਪਣੀ ਜਵਾਨੀ ਦਾ ਅਹੰਕਾਰ ਹੈ, ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਇਹ ਨੀਅਤ ਰਾਸ ਕਰਨ ਦੇ ਵਿੱਚ ਰੁਕਾਵਟਾਂ ਨੇ। ਕਿ ਜੀਵਨ ਦੇ ਵਿੱਚ ਧਨ ਦਾ, ਰੂਪ ਦਾ, ਸੁੰਦਰਤਾ ਦਾ, ਆਪਣੇ ਤਾਣ ਦਾ ਗੁਮਾਨ ਹੋਣਾ। ਅਤੇ ਬਾਬਾ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਇੰਜ ਦੇ ਲੋਕ ਖਾਲੀ ਰਹਿ ਜਾਂਦੇ ਹਨ, ਜਿਵੇਂ ਟਿੱਬੇ ਜਿਉਂ ਮੀਹਾਹੋ, ਖਾਲੀ ਚੱਲੇ ਧਣੀ ਸਿਉਂ। ਮਨ ਦੇ ਅੰਦਰ ਅਹੰਕਾਰ ਦ੍ਰਿੜ ਕਰ ਰੱਖਿਆ, ਅਤੇ ਜਿਵੇਂ ਜਦੋਂ ਮੀਂਹ ਪੈਂਦਾ ਹੈ ਨੀਵੇਂ ਟੋਏ ਛੇਤੀ ਭਰ ਜਾਂਦੇ ਹਨ, ਜੇ ਆਮ ਮੈਦਾਨੀ ਸਤਹ ਵੀ ਛੇਤੀ ਜਲ ਥਲ ਹੋ ਜਾਂਦੀ ਹੈ, ਪਰ ਟਿੱਬਾ ਉੱਚਾ ਬਣਿਆ ਹੋਣ ਕਰਕੇ ਜਿਹੜਾ ਹੈ ਉਹ ਨਹੀਂ ਪੂਰੀ ਤਰ੍ਹਾਂ ਰੱਜਦਾ, ਉਹ ਖਾਲੀ ਰਹਿ ਜਾਂਦਾ, ਸੁੱਕਾ ਰਹਿ ਜਾਂਦਾ ਹੈ। ਇਸ ਕਰਕੇ ਬਾਬਾ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਜਿਨ੍ਹਾਂ ਦੇ ਜੀਵਨ 'ਚ ਅਹੰਕਾਰ ਬਣਿਆ ਰਿਹਾ, ਭਾਵ ਕਿ ਧਰਮ ਦੇ ਮਾਰਗ 'ਤੇ ਚੱਲੇ ਨਹੀਂ, ਆਪਣੇ ਅਹੰਕਾਰ ਦੇ ਵਿੱਚ ਰਹੇ, ਜਾਂ ਬੰਦਾ ਇਕੱਲਾ ਧਨ ਦੇ ਅਹੰਕਾਰ 'ਚ ਨਹੀਂ ਰਹਿੰਦਾ। ਕੁਝ ਦਿਨ ਪਹਿਲਾਂ ਹੀ ਐਸਾ ਅਨੁਭਵ ਹੋਇਆ ਕਿ ਜਿਹੜਾ ਬੰਦਾ, ਜਿਵੇਂ ਵਰਤਮਾਨ ਸਮੇਂ 'ਚ ਪੜ੍ਹੀ ਲਿਖੀ ਕਿੰਨੀ ਦਰ ਵਧੀ ਹੋਈ ਹੈ, ਪਰ ਪੜ੍ਹੇ ਲਿਖੇ ਲੋਕ ਵੀ ਧਰਮ ਦੀ ਚੋਣ ਨਹੀਂ ਕਰਦੇ, ਜਾਂ ਧਰਮ ਦੇ ਮਾਰਗ ਨੂੰ ਥੋੜ੍ਹੀ ਬਹੁਤੀ ਮਹੱਤਤਾ ਨਹੀਂ ਦਿੰਦੇ। ਕਿਉਂ ਨਹੀਂ ਦਿੰਦੇ? ਉਹਨਾਂ ਨੇ ਜਿਹੜੀ ਦੁਨਿਆਵੀ ਕਿਸਮ ਦੀ ਜਾਂ ਜਿਹੜੇ ਕਿਸੇ ਵਿਸ਼ੇ ਦੀ ਪੜ੍ਹਾਈ ਕੀਤੀ ਹੈ ਉਹਦੀ ਈਗੋ ਹੰਢਾਰ ਰਹੇ ਨੇ ਕਿ ਮੈਂ ਅਰਥ ਸ਼ਾਸਤਰ ਪੜ੍ਹਿਆ ਹੋਇਆ ਹਾਂ, ਮੈਨੂੰ ਆ ਧਰਮ ਦੀਆਂ ਸੰਤੋਖ ਵਾਲੀਆਂ ਗੱਲਾਂ ਨਾਲ ਕੀ ਭਾਵ। ਮੈਂ ਪੋਲੀਟੀਕਲ ਸਾਇੰਸ ਪੜ੍ਹੀ ਹੋਈ ਹੈ, ਮੈਨੂੰ ਧਰਮ ਦੀ ਜਿਹੜੀ ਅੰਦਰੋਂ ਇਨਰ ਪਿਓਰਿਟੀ ਵਾਲੀ ਗੱਲ, ਇਹਦੇ ਨਾਲ ਕੀ ਮਤਲਬ ਹੈ। ਕਦੇ ਜੀਵਨ ਦੇ ਵਿੱਚ ਦੇਖ ਲੈਣਾ, ਜਿਹੜੇ ਬੰਦੇ ਮਾਸਟਰ ਲੈਵਲ ਤੋਂ ਥੋੜ੍ਹਾ ਜਿਹਾ ਅੱਗੇ ਪੜ੍ਹੇ ਹੋਏ ਹਨ, ਜੇ ਉਹ ਧਰਮ ਦੀ ਨਹੀਂ ਕੋਈ ਮਹੱਤਤਾ ਦੇ ਰਹੇ, ਤਾਂ ਉਹਨਾਂ ਦੀ ਆਪਣੀ ਜਿਹੜੀ ਮਾੜੀ ਮੋਟੀ ਪੜ੍ਹਾਈ ਉਹੀ ਹਉਮੈ ਬਣੀ ਪਈ ਹੈ। ਇਸ ਕਰਕੇ ਗੁਰੂ ਸਾਹਿਬ ਜੀ, ਬਾਬਾ ਗੁਰੂ ਸਾਹਿਬ ਜੀ ਆਖਦੇ ਹਨ, ਗਰਭ ਜਿੰਨਾ ਵਡਿਆਈਆਂ, ਕਿ ਆਪਣੇ ਅੰਦਰ ਕਦੇ ਧਨ ਦਾ ਅਹੰਕਾਰ ਰੱਖ ਲਿਆ, ਕਦੇ ਵਿਦਵਤਾ ਦਾ ਰੱਖ ਲਿਆ, ਅਤੇ ਕਦੇ ਆਪਣੀ ਜੋਬਨ ਅਵਸਥਾ ਦਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਦੇ ਸੰਬੰਧ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਖਸ਼ਿਸ਼ ਹੈ, ਜੇ ਨੀਅਤ ਰਾਸ ਕਰਨੀ ਹੈ ਤਾਂ ਆਪਣੇ ਅੰਦਰੋਂ ਇਹਨਾਂ ਸਾਰੇ ਪੱਧਰਾਂ ਦਾ ਗੁਮਾਨ ਖਤਮ ਕਰਨਾ ਚਾਹੀਦਾ ਹੈ, ਕਿਉਂਕਿ ਟਿੱਬਿਆਂ ਵਰਗੇ ਹਨ। ਹੁਣ ਕਿਸੇ ਨੌਜਵਾਨ ਦੇ ਅੰਦਰ ਵੀ ਟਿੱਬਾ ਬਣਿਆ ਹੋਇਆ, ਉਹ ਟਿੱਬਾ ਕੀ ਹੈ ਕਿ ਮੈਂ 2 ਘੜੀਆਂ ਟਿਕ ਕੇ ਨਹੀਂ ਬੈਠਣਾ, ਵਾਰਾਗਰਦੀ ਭਾਵੇਂ ਸਾਰਾ ਦਿਨ ਕਰਾ ਲਓ। ਟਿੱਬਾ ਬਣਿਆ ਹੋਇਆ, ਉਹਨੂੰ ਲੱਗਦਾ ਮੇਰੇ ਸਰੀਰ ਦੇ ਬਲ ਦਾ ਪ੍ਰਯੋਗ ਗਿਆਨ ਦੀ ਸਾਧਨਾ ਦੇ ਲਈ ਨਹੀਂ, ਵਿਅਰਥ ਕਿਸਮ ਦੀ ਚੰਚਲਤਾ ਲਈ ਬਣਿਆ ਹੋਇਆ। ਜਿਹੜਾ ਧਨ ਹੈ, ਧਨ ਦਾ ਟਿੱਬਾ ਕਿਵੇਂ ਬਣਿਆ ਹੋਇਆ ਕਿ ਮੈਂ 1 ਲੱਖਪਤੀ ਤੋਂ ਕਰੋੜਪਤੀ ਹੋਣਾ ਹੈ, ਅਤੇ ਧਰਮ ਨੇ ਇਹਦੇ ਲਈ ਪਾਪ ਕਰਨਾ ਪੈਣਾ, ਅਤੇ ਧਰਮ ਦੀ ਸ਼ੁਭਤਾ ਨੇ ਪਾਪ ਕਰਨ ਲਈ ਰੋਕਣਾ, ਇਸ ਕਰਕੇ ਮੈਂ ਉੱਧਰ ਜਾਂਦਾ ਹੀ ਨਹੀਂ। ਉਸ ਤੋਂ ਅੱਗੇ ਆ ਜਾਂਦਾ ਅੱਗੇ ਆ ਜਾਂਦਾ ਹੈ ਵਡਿਆਈਆਂ। ਜੀਵਨ ਦੇ ਵਿੱਚ ਜਿਸ ਪੱਖ ਕਰਕੇ ਇੱਜ਼ਤ ਮਿਲ ਰਹੀ ਹੁੰਦੀ ਹੈ, ਉਹਨੂੰ ਨਿਰਮਾਣਤਾ ਦੇ ਵਿੱਚ ਪਾ ਕੇ ਠੀਕ ਢੰਗ ਦੇ ਨਾਲ ਧਾਰਨ ਕਰਨ ਦੀ ਬਜਾਏ ਬੰਦਾ ਉਹਦਾ ਵਾਰੀ-ਵਾਰੀ ਜ਼ਿਕਰ ਬਣਾ ਛੱਡਦਾ ਹੈ, ਭਾਵ ਕਿ ਰਾਜਨੀਤੀਵਾਨ ਜਾਂ ਹੋਰ ਬੰਦੇ ਨਹੀਂ ਝੁਕਦੇ। ਉਹਦਾ ਕਾਰਨ ਕੀ ਹੈ ਕਿ ਦੁਨੀਆ ਉਹਨਾਂ ਦੀ ਵਡਿਆਈ ਕਰਦੀ ਹੈ, ਜਦੋਂ ਉਹਨਾਂ ਨੂੰ ਕਿਸੇ ਅੱਗੇ ਝੁਕਣਾ ਪੈਂਦਾ ਅਤੇ ਉਹ ਜੀਵਨ ਦੀ ਹੱਦ ਤੱਕ ਸਮਝਦੇ ਹਨ। ਤਾਂ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਖਾਲੀ ਚੱਲੇ ਧਣੀ ਸਿਉਂ, ਰੂਪ ਦੀ ਸੁੰਦਰਤਾ ਦਾ ਗੁਮਾਨ, ਧਨ ਦਾ ਲੋਭ, ਜੋਬਨ ਦੀ ਜਿਹੜੀ ਚੰਚਲਤਾ ਤਿਆਗਣ ਨਾ ਕਰਕੇ ਜੀਵਨ 'ਚ ਟਿੱਬੇ ਬਣੇ ਰਹਿੰਦੇ ਹਨ, ਅਤੇ ਨੀਅਤ ਸਾਫ਼ ਨਹੀਂ ਹੁੰਦੀ ਅਤੇ ਖਾਲੀ ਚਲੇ ਜਾਂਦੇ ਨੇ। ਇਸ ਕਰਕੇ ਜੇ ਨੀਅਤ ਰਾਸ ਕਰਨੀ ਹੈ ਤਾਂ ਇਹਨਾਂ ਸਭ ਪੱਧਰਾਂ ਦੇ ਅਹੰਕਾਰ ਨੂੰ ਆਪਣੇ ਮਨ ਦੇ ਅੰਦਰੋਂ, ਆਪਣੇ ਚਿੱਤ ਦੇ ਅੰਦਰੋਂ ਮਨਫੀ ਕਰਨਾ ਪਏਗਾ। ਇਸ ਪ੍ਰਕਾਰ ਬਾਬਾ ਫਰੀਦ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਿਰਪਾ ਕਰਨ ਸ਼ਲੋਕਾਂ ਦਾ ਭਾਵ ਉਪਦੇਸ਼ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ। ਪੰਖੀਆਂ ਵਾਲੇ ਜੀਵਨ ਦੀ ਉਚਾਈ, ਸਾਦਗੀ ਅਤੇ ਉਹਨਾਂ ਦੀ ਵਿਆਪਕਤਾ ਸਾਡੇ ਜੀਵਨ 'ਚ ਸ਼ਾਮਲ ਹੋਵੇ। ਰੁੱਤਾਂ ਦੇ ਸਿਲਸਿਲੇ ਨੂੰ ਵਾਚ ਕੇ ਅਸੀਂ ਗਿਆਨ ਦੀ ਸਾਧਨਾ ਕਰਨ ਦਾ ਯਤਨ ਕਰੀਏ, ਅਤੇ ਧਰਮ ਦੇ ਵਿੱਚ ਵੇਸਾਂ ਦੀ ਬਜਾਏ, ਭਰਮਣ ਦੀ ਬਜਾਏ ਸ਼ੁਭ ਗੁਣਾਂ ਦੀ ਕਮਾਈ ਕਰਕੇ ਸਾਫ਼ ਨੀਅਤ ਦੇ ਨਾਲ ਮਾਲਕ ਦੇ ਦੱਸੇ ਮਾਰਗ 'ਤੇ ਚੱਲਣ ਦਾ ਯਤਨ ਕਰੀਏ, ਫਿਰ ਹੀ ਸਾਡਾ ਸਾਰਿਆਂ ਦਾ ਜੀਵਨ ਸਫਲ ਹੈ। ਬਾਬਾ ਫਰੀਦ ਸਾਹਿਬ ਜੀ ਕਿਰਪਾ ਕਰਨ, ਸਤਿਗੁਰੂ ਸਾਹਿਬ ਮਿਹਰ ਕਰਨ।
ਪਾਵਨ ਸ਼ਲੋਕਾਂ ਦਾ ਭਾਵ ਉਪਦੇਸ਼ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ